ਪ੍ਰਾਈਮ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਇੱਕ ਖਾਸ ਮੁਲਾਕਾਤ। ਮੈਂ ਹਾਂ ਸੁਖਜੀਤ ਸੁਖ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਦਵਿੰਦਰ ਸੈਣੀ ਜੀ ਦੇ ਨਾਲ, ਜੋ ਕਿ ਸਟੂਡੈਂਟ ਕੈਰੀਅਰ ਕੰਸਲਟੈਂਟ ਨੇ ਤੇ ਉਹਨਾਂ ਦੇ ਨਾਲ ਆਪਾਂ ਸਟੂਡੈਂਟ ਵੀਜ਼ੇ ਦੇ ਬਾਰੇ ਅੱਜ ਗੱਲਬਾਤ ਕਰਾਂਗੇ ਤੇ ਉੱਥੋਂ ਇੰਡੀਆ ਦੇ ਵਿੱਚੋਂ ਵੀਜ਼ਾ ਲੈ ਕੇ ਸਟੂਡੈਂਟ ਵੀਜ਼ੇ ਤੇ ਜਿਨ੍ਹਾਂ ਨੇ ਇੱਥੇ ਆਉਣਾ ਯੂਕੇ ਦੇ ਵਿੱਚ ਉਹਨਾਂ ਦੀ ਕੀ ਰਿਕੁਆਇਰਮੈਂਟਸ ਹੈਗੀਆਂ ਨੇ। ਤੇ ਪਹਿਲਾਂ ਤਾਂ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬੀ ਟੀਵੀ ਤੇ। ਤੁਹਾਡਾ ਸਾਰੀ ਪ੍ਰਾਈਮ ਪੰਜਾਬੀ ਟੀਮ ਦਾ ਤੇ ਤੁਹਾਡਾ ਭਾਜੀ ਹੁਣਾਂ ਦਾ, ਸਾਰੀ ਤੁਹਾਡੀ ਕਰੂ ਮੈਂਬਰ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਕਿ ਤੁਸੀਂ ਟਾਈਮ ਕੱਢ ਕੇ ਅੱਜ ਮੇਰੇ ਕੋਲ ਆਏ ਹੈਗੇ ਆ। ਤੇ ਜੇ ਆਪਾਂ ਸਟੂਡੈਂਟ ਵੀਜ਼ੇ ਦੀ ਗੱਲ ਕਰੀਏ ਤਾਂ ਜਿਹੜਾ ਫਸਟ ਸਟੈਪ ਆ ਬੱਚੇ ਦੇ ਲਈ ਉੱਥੋਂ ਕੀ ਹੈਗਾ ਇੰਡੀਆ ਤੋਂ? ਦੇਖੋ ਜੀ, ਜਦ ਫਸਟ ਸਟੈਪ ਹੈਗਾ, ਜੇ ਬੱਚੇ ਨੇ ਹੁਣੇ ਜਿੱਦਾਂ ਤੁਹਾਨੂੰ ਦੇਖਿਆ ਹੋਏਗਾ ਕਿ ਹੁਣ ਜਿੱਦਾਂ +2 ਦੇ ਰਿਜ਼ਲਟ ਆਏ ਹੈਗੇ ਆ ਉੱਥੇ ਬੱਚਿਆਂ ਦੇ, ਉਹ ਕੋਵਿਡ ਕਰਕੇ ਥੋੜ੍ਹੇ ਰਿਜ਼ਲਟ ਡਿਲੇ ਹੋਏ ਸੀਗੇ, ਬਟ ਹੁਣ ਤਕਰੀਬਨ ਲਾਸਟ ਮੰਥ ਦੇ ਵਿੱਚ ਸਾਰੇ ਬੱਚਿਆਂ ਦੇ ਜਿਹੜੇ +2 ਦੇ ਰਿਜ਼ਲਟ ਉਹਨੂੰ ਮਿਲ ਗਏ ਆ। ਅਤੇ ਮੇਰੇ ਕੋਲ ਬਹੁਤ ਸਾਰੇ ਬੱਚਿਆਂ ਦੀ ਇਨਕੁਆਇਰੀ ਵੀ ਆਉਂਦੀ ਹੈਗੀ ਆ ਕਿ ਅਸੀਂ ਇੱਥੇ ਯੂਕੇ ਦੇ ਵਿੱਚ ਪੜ੍ਹਾਈ ਕਰਨਾ ਚਾਹੁੰਦੇ, ਕਿਉਂਕਿ ਇਸ ਟਾਈਮ ਕੈਨੇਡਾ ਦੀ ਮਾਰਕੀਟ ਹਜੇ ਓਪਨ ਨਹੀਂ ਹੋਈ ਅਤੇ ਬੱਚਿਆਂ ਦੀ ਇਸ ਟਾਈਮ ਪ੍ਰਾਇਓਰਟੀ ਹੈਗੀ ਹੈ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਆਪਣਾ ਜਿਹੜਾ ਅਗਲਾ 1 ਸਾਲ ਖਰਾਬ ਨਾ ਕਰੀਏ ਅਤੇ ਕਿਤੇ ਜਾ ਕੇ ਅਸੀਂ ਅੱਗੇ ਫਿਊਚਰ ਦੀ ਆਪਣੀ ਸਟੱਡੀ ਵਾਸਤੇ ਕੰਟੀਨਿਊ ਕਰੀਏ। ਸਾਰਿਆਂ ਤੋਂ ਪਹਿਲਾਂ ਤਾਂ ਮਤਲਬ ਫਸਟ ਸਟੈਪ, ਜੇ ਮੈਂ ਪੇਰੈਂਟਸ ਜਿਉਂ ਗੱਲ ਕਰਾਂ ਜਾਂ ਬੱਚਿਆਂ ਨਾਲ ਗੱਲ ਕਰਾਂ, ਪਹਿਲਾ ਸਟੈਪ ਸਾਰਿਆਂ ਤੋਂ ਤਾਂ ਇਹੀ ਹੈਗਾ ਕਿ ਬੱਚੇ ਸਾਰੇ ਤੋਂ ਪਹਿਲਾਂ ਤਾਂ ਇਹ ਦੇਖਣ ਕਿ ਉਹਨਾਂ ਨੇ ਆਪਣਾ ਕੋਰਸ ਦਾ ਇੰਟਰਸਟ ਕਿਹੜੇ ਕੋਰਸ 'ਚ ਹੈਗਾ। ਸਿੰਪਲ ਜੇ ਮੈਂ ਗੱਲ ਕਰਾਂ ਕਿ ਜੇ ਕੋਈ ਬੱਚੇ ਦਾ ਇੰਜੀਨੀਅਰਿੰਗ ਮਤਲਬ ਸਾਇੰਸ ਬੈਕਗਰਾਊਂਡ ਆ, ਉਹਨੇ ਨੋਨ ਮੈਡੀਕਲ ਜਾਂ ਮੈਡੀਕਲ ਦੇ ਵਿੱਚ ਆਪਣੀ ਪੜ੍ਹਾਈ ਕੀਤੀ ਆ, ਮੈਂ ਰਿਕਮੈਂਡ ਕਰੂੰਗਾ ਕਿ ਉਹ ਆਪਣੇ ਪ੍ਰੋਫੈਸ਼ਨ ਨੂੰ ਕਿਸੇ ਪ੍ਰੋਫੈਸ਼ਨਲ ਕਰੀਅਰ ਦੇ ਵਿੱਚ ਅੱਗੇ ਲੈ ਕੇ ਜਾਣ, ਨਾ ਕਿ ਬਿਜ਼ਨਸ ਦਾ ਕੋਰਸ ਲੈ ਕੇ ਇੱਥੇ 3 ਸਾਲ ਦੇ ਕੋਰਸ 'ਚ ਜਾਂ 4 ਸਾਲ ਦੇ ਕੋਰਸ 'ਤੇ ਆਉਣ ਅਤੇ ਆਪਣਾ ਟਾਈਮ ਖਰਾਬ ਕਰਨ। ਹੁਣ ਜਿੱਦਾਂ ਸਾਡੇ ਕੋਲ ਬੱਚਿਆਂ ਦੀ ਇਨਕੁਆਇਰੀਜ਼ ਆਉਂਦੀ ਹੈਗੀ, ਜੇ ਉਹਨੇ ਸਾਇੰਸ ਕੀਤੀ ਹੋਈ ਆ ਅਤੇ ਉਹਦੇ ਇੰਗਲਿਸ਼ ਦੇ ਵਿੱਚੋਂ ਸਕੋਰ ਅੱਛਾ ਹੈਗਾ +2 ਦੇ ਵਿੱਚੋਂ, ਜ਼ਿਆਦਾਤਰ ਯੂਨੀਵਰਸਿਟੀਆਂ ਨੂੰ ਉਹਦਾ ਇੰਗਲਿਸ਼ ਦਾ ਜਿਹੜਾ +2 ਹੈਗੀ ਹੈ, ਜਿਹੜੇ HSC ਬੋਲਦੇ ਆ ਇੱਥੇ, ਉਹਦਾ ਸਕੋਰ ਸਾਨੂੰ ਘੱਟੋ ਘੱਟ 70% ਤੋਂ ਉੱਪਰ ਚਾਹੀਦਾ ਹੈਗਾ। ਜੇ ਉਹਨੇ CBSE ਬੋਰਡ ਕੀਤਾ ਹੈ, ਚਾਹੇ ਪੰਜਾਬ ਬੋਰਡ ਕੀਤਾ, ਚਾਹੇ ਹਰਿਆਣਾ ਬੋਰਡ ਆ, ਚਾਹੇ ਗੁਜਰਾਤ ਬੋਰਡ ਆ, ਕਿਸੇ ਵੀ ਬੋਰਡ ਦੇ ਵਿੱਚ ਹੈਗੀ ਆ, ਸਾਨੂੰ ਉਹਦਾ ਇੰਗਲਿਸ਼ ਦਾ ਸਕੋਰ 10+2 70% ਤੋਂ ਉੱਤੇ ਚਾਹੀਦਾ ਘੱਟੋ ਘੱਟ। ਜੇ ਉਹ 70% ਹੈਗਾ ਅਤੇ ਉਹ ਬੱਚੇ ਨੂੰ ਕਿਸੇ ਤਰ੍ਹਾਂ ਦੀ ਆਈਲੈਟਸ ਦੀ ਕਰਨ ਦੀ ਜ਼ਰੂਰਤ ਨਹੀਂ ਹੈਗੀ, ਉਹ ਕਿਸੇ ਵੀ ਅੱਛੇ ਪ੍ਰੋਫੈਸ਼ਨਲ ਕੋਰਸ ਦੇ ਵਿੱਚ ਅੱਗੇ ਜਾ ਸਕਦਾ, ਜਿਹਦਾ ਅੱਗੇ ਜਾ ਕੇ ਕੋਈ ਬਰਾਈਟ ਫਿਊਚਰ ਹੋ ਸਕਦਾ, ਜਿੱਦਾਂ ਕਿ ਕੋਈ ਇੰਜੀਨੀਅਰਿੰਗ ਲਾਈਨ ਲੈ ਸਕਦਾ, ਕੋਈ ਕੰਪਿਊਟਰ ਨਾਲ ਲੈ ਸਕਦਾ, ਜਾਂ IT ਨਾਲ ਬੈਕਗਰਾਊਂਡ ਹੋ ਸਕਦਾ, ਜਾਂ ਡਿਜੀਟਲ ਮੀਡੀਆ ਨਾਲ ਰਿਲੇਟਡ ਹੋ ਸਕਦਾ। ਪਰ ਮੈਂ ਬੱਚਿਆਂ ਨੂੰ ਜਾਂ ਉਹਦੇ ਪੇਰੈਂਟਸ ਨੂੰ ਇਹੀ ਕਹੂੰਗਾ ਕਿ ਸਿਰਫ ਜਾ ਕੇ UK ਪਹੁੰਚਣਾ, ਉੱਥੇ ਤੱਕ ਆਪਣੇ ਆਪ ਨੂੰ ਕੰਸਨਟਰੇਟ ਨਾ ਕਰੋ। ਉਹ ਬੱਚਿਆਂ ਨੇ ਜੇ ਇੱਥੇ ਆਉਣਾ ਪੜ੍ਹਾਈ ਕਰਨ ਵਾਸਤੇ, ਉਹਨਾਂ ਦਾ ਫਿਊਚਰ ਪ੍ਰੋਸਪੈਕਟ ਨਾਲ ਲੈ ਕੇ ਚੱਲੋ, ਉਹ ਜ਼ਰੂਰੀ ਹੈਗਾ। ਉਹ ਆਪਣਾ ਜਿਹੜਾ ਕੋਰਸ ਆ ਉਹ ਕਿੱਦਾਂ ਚੂਜ਼ ਕਰ ਸਕਦੇ ਆ? ਉਹ ਸਟੂਡੈਂਟ ਆ ਜਿਹੜੇ ਬਹੁਤ ਕਨਫਿਊਜ਼ ਹੋ ਜਾਂਦੇ, ਈਵਨ ਕਿ ਉਹਨਾਂ ਨੇ ਸਾਇੰਸ ਵੀ ਕੀਤੀ ਹੈ, ਇੰਗਲਿਸ਼ ਵੀ ਉਹਨਾਂ ਦੇ ਜਿਹੜਾ ਸਕੋਰ ਆ ਬਹੁਤ ਵਧੀਆ ਹੈਗਾ, ਪਰ ਏਜੰਟ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਉਹ ਮਿਸਗਾਈਡ ਹੋ ਰਹੇ ਨੇ? ਐਕਚੁਅਲੀ ਉਹਦੇ ਵਿੱਚ ਮੈਂ ਸਟੂਡੈਂਟ ਦਾ ਫਾਲਟ ਘੱਟ ਕਹੂੰਗਾ, ਕਿਉਂਕਿ ਹੁਣ ਬੱਚਾ ਜਿਹੜਾ ਹੈਗਾ, ਜੋ ਉਹਦੇ ਪੇਰੈਂਟਸ ਹੈਗੇ ਆ, ਹੁਣ ਬੱਚੇ ਨੇ ਜਸਟ 10+2 ਕੀਤੀ ਆ, ਠੀਕ ਆ, ਜੋ ਗ੍ਰੈਜੂਏਸ਼ਨ ਕੀਤੀ ਆ, ਉਹਨੂੰ ਇੰਡੀਆ ਦੇ ਐਜੂਕੇਸ਼ਨ ਸਿਸਟਮ ਬਾਰੇ ਨੌਲੇਜ ਹੈਗੀ ਆ। ਦੂਸਰੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਲਈ ਇੱਕ ਮਤਲਬ ਓਲਾ ਕਹਿ ਲਓ ਤੁਸੀਂ, ਜਿੱਦਾਂ ਪੰਜਾਬ ਦੇ ਏਜੰਟਾਂ ਨੂੰ ਜ਼ਿਆਦਾਤਰ ਹੁੰਦਾ। ਤੁਸੀਂ ਹੁਣ ਮੈਂ ਰੀਸੈਂਟਲੀ ਪੰਜਾਬ ਗਿਆ ਸੀਗਾ, ਜਨਵਰੀ 'ਚ ਵਾਪਸ ਆਇਆ, ਉੱਥੇ ਤੁਸੀਂ ਬੱਸ ਸਟੈਂਡ ਦੇ ਉੱਤੇ ਜਿਹੜੀਆਂ ਬੱਸਾਂ ਹੁੰਦੀਆਂ ਨਾ, ਉੱਥੇ ਤੁਸੀਂ ਲੱਗਦਾ ਹੈਗਾ ਕਿ ਇਹ ਬੱਸ ਹੋ ਸਕਦਾ ਕਿ ਸ਼ਾਇਦ ਇਸ ਤੋਂ ਬਾਅਦ ਕੈਨੇਡਾ ਜਾਂ ਅਮਰੀਕਾ ਦੇ ਰੂਟ 'ਤੇ ਹੀ ਆ। ਉੱਥੇ ਐਡਵਰਟਾਈਜ਼ਮੈਂਟ ਇੰਨੀ ਜ਼ਿਆਦਾ ਹੈਗਾ, ਬੱਚਿਆਂ ਨੂੰ ਗੁੰਮਰਾਹ ਖੁਦ ਹੀ ਉਹਨੂੰ ਕੀਤਾ ਹੋਇਆ। ਬੱਚਿਆਂ ਨੂੰ ਮੈਂ ਦੇਖੋ ਇੱਕ ਸਿੰਪਲ ਦੀ ਐਗਜ਼ਾਮਪਲ ਜੇ ਆਪਾਂ ਕੋਈ ਦਈਏ ਕਿ ਬੱਚੇ ਨੂੰ ਕਿਸੇ ਨੇ ਕੋਈ ਡਾਕੂਮੈਂਟ ਦਿੱਤੇ, ਕਿਸੇ ਏਜੰਟ ਕੋਲ ਗਿਆ, ਉਹਨੂੰ ਇਹ ਨਹੀਂ ਪਤਾ ਹੈਗਾ ਕਿ ਮੈਂ ਆਪਣਾ ਕਰੀਅਰ ਅੱਗੇ ਕੀ ਕਰਨਾ ਕੀ ਨਹੀਂ ਕਰਨਾ। ਉਹਨੂੰ ਇਹ ਹੈਗਾ, ਏਜੰਟ ਨੂੰ ਜਾ ਕੇ ਕਹਿੰਦਾ ਕਿ ਭਾਜੀ ਆ ਮੇਰੇ ਡਾਕੂਮੈਂਟਸ ਹੈਗੇ ਆ, ਮੈਨੂੰ UK ਪਹੁੰਚਾ ਦਿਓ। ਉਸ ਥੋੜ੍ਹੀ ਜਿਹੀ ਬੱਚਿਆਂ ਦੀ ਅਤੇ ਉਹਦੀ ਪੇਰੈਂਟਸ ਦੀ ਵੀ ਉਹ ਜਿਹੜੀ ਅਪਰੋਚ ਹੈਗੀ ਆ ਉਹ ਗਲਤ ਆ। ਤੁਸੀਂ ਆਪਣੇ ਕੋਲ ਜਾਓ, ਕੰਸਲਟੈਂਟ ਕੋਲ ਜਾਓ, ਕਿਸੇ ਕੋ ਵੀ ਜਾਓ, ਮੇਰੇ ਕੋਲ ਆਓ ਜਾਂ ਕਿਸੇ ਕੋ ਵੀ ਜਾਓ, ਉਹਨੂੰ ਜਾ ਕੇ ਪੁੱਛੋ ਕਿ ਭਾਜੀ ਆਹ ਸਾਡੇ ਡਾਕੂਮੈਂਟਸ ਆ ਇਹਦੇ ਐਜੂਕੇਸ਼ਨ ਕ੍ਰੈਡੈਂਸ਼ੀਅਲਸ ਹੈਗੇ ਆ, ਇਹਦਾ ਫਿਊਚਰ ਪ੍ਰੋਸਪੈਕਟ ਕੀ ਹੋ ਸਕਦਾ, ਜਿਹੜਾ ਕਿ ਇਹਦੇ ਅੱਗੇ ਜਾ ਕੇ ਕਰੀਅਰ ਵਾਸਤੇ ਕੋਈ ਅੱਛਾ ਹੋ ਸਕੇ, ਤਾਂ ਕਿ ਉਹ ਕੰਪਲੀਟ ਕਰਕੇ ਜੇ ਵਾਪਸ ਇੰਡੀਆ ਵੀ ਆਉਂਦਾ ਜਾਂ ਉੱਥੇ ਰਹਿੰਦਾ ਹੈਗਾ, ਉਹਦਾ ਫਿਊਚਰ ਕੀ ਆ, ਜੋਬ ਪ੍ਰੋਸਪੈਕਟਸ ਕੀ ਹੈਗੇ ਆ, ਮਤਲਬ ਕਰੀਅਰ ਕੀ ਹੈਗਾ ਅੱਗੇ। ਫਿਰ ਉਹ ਜਿਹੜਾ ਕੰਸਲਟੈਂਟ ਹੈਗਾ, ਉਹਦੀ ਰਿਸਪੌਂਸੀਬਿਲਿਟੀ ਬਣਦੀ ਹੈ ਪਹਿਲਾਂ ਤਾਂ ਉਹ ਦੇਖੇ ਕਿ ਬੱਚੇ ਦਾ ਬੈਕਗਰਾਊਂਡ ਕੀ ਆ, ਕਿਹਦੇ ਵਿੱਚ ਉਹਦੇ ਮਾਰਕਸ ਅੱਛੇ ਹੈਗੇ, ਉਹਦਾ ਇੰਟਰਸਟ ਕੀ ਹੈਗਾ, ਉਸ ਹਿਸਾਬ ਨਾਲ ਉਹਨੂੰ ਆਪਸ਼ਨਾਂ ਦੇਵੇ ਕਿ ਆਹ ਯੂਨੀਵਰਸਿਟੀ ਦੀਆਂ ਆਪਸ਼ਨਾਂ ਹੈਗੀਆਂ, ਆਹ ਕੋਰਸ ਦੀਆਂ ਤੇ ਕੋਈ ਆਪਸ਼ਨਾਂ ਹੈਗੀਆਂ, ਤੂੰ ਇਹਦੇ ਵਿੱਚ ਜਾਏਗਾ ਤਾਂ ਫਿਊਚਰ ਪ੍ਰੋਸਪੈਕਟ ਆਹ ਹੈਗਾ। ਥੋੜ੍ਹੀ ਕਾਉਂਸਲਿੰਗ ਕਰਨ ਦੀ ਜ਼ਰੂਰਤ ਹੈ, ਜਿਹੜੀ ਕਿ ਇੰਡੀਆ ਦੇ ਵਿੱਚ ਇਸ ਟਾਈਮ ਬਹੁਤ ਵੱਡੀ ਲੈਕ ਕਹਿ ਸਕਦਾ। ਸਾਡੇ ਕੋਲ ਜਿਹੜਾ ਨੇਪਾਲ ਦਾ ਸਟੂਡੈਂਟ ਆਉਂਦਾ, ਸਾਡੇ ਕੋਲ ਸਿੰਗਾਪੁਰ ਦਾ ਸਟੂਡੈਂਟ ਆਉਂਦਾ, ਸਾਡੇ ਕੋਲ ਸ਼੍ਰੀਲੰਕਾ ਦਾ ਸਟੂਡੈਂਟ ਆਉਂਦਾ, ਜਾਂ ਮਿਡਲ ਈਸਟ ਤੋਂ ਜਿਹੜੀਆਂ ਕੰਟਰੀਆਂ ਤੋਂ ਸਾਡਾ ਸਟੂਡੈਂਟ ਆਉਂਦਾ, ਉਹਨਾਂ ਦਾ ਇੱਕ IQ ਲੈਵਲ ਬਹੁਤ ਅੱਛਾ ਹੁੰਦਾ ਐਜ਼ ਕੰਪੇਅਰ ਟੂ ਪੰਜਾਬ ਦੇ ਸਟੂਡੈਂਟ ਦੇ। ਉਹਨਾਂ ਨੂੰ ਪਤਾ ਹੁੰਦਾ ਕਿ ਜੇ ਕੋਈ
ਕੋਈ ਮੇਰੇ ਕੋਲ ਚਾਈਨਾ ਦਾ ਸਟੂਡੈਂਟ ਆਉਂਦਾ ਹੈਗਾ, ਉਹ ਮੇਰੇ ਨਾਲ ਡਾਇਰੈਕਟਲੀ ਫੋਨ ਤੇ ਗੱਲ ਕਰਦਾ ਜਾਂ ਮੇਰੇ ਨਾਲ ਜ਼ੂਮ ਕਾਲ ਕਰਦਾ ਹੈਗਾ, ਉਹ ਮੈਨੂੰ ਇਹ ਪੁੱਛਦਾ ਕਿ ਇਹ ਵਾਲਾ ਕੋਰਸ ਮੈਂ ਕਰਨਾ ਚਾਹੁੰਦਾ। ਜ਼ਿਆਦਾਤਰ ਉਹਨੇ ਯੂਨੀਵਰਸਿਟੀ ਚੂਜ਼ ਕੀਤੀ ਹੁੰਦੀ ਹੈ, ਕੋਰਸ ਚੂਜ਼ ਕੀਤਾ ਹੁੰਦਾ, ਫਿਰ ਉਹਦੇ ਵਿੱਚ ਉਹਨੇ 3 ਕੋਰਸ ਚੂਜ਼ ਕੀਤੇ ਜਾਂ ਯੂਨੀਵਰਸਿਟੀ ਚੂਜ਼ ਕੀਤੀ ਆ, ਸਾਡੇ ਤੋਂ ਪੁੱਛਦੇ ਆ ਇਹ ਅੱਛਾ ਕੋਰਸ ਕਿਉਂ ਆ, ਇਹ ਅੱਛਾ ਕੋਰਸ ਕਿਉਂ ਆ, ਇਹ ਯੂਨੀਵਰਸਿਟੀ ਕਿਉਂ ਅੱਛੀ ਆ, ਜੇ ਤੁਸੀਂ ਇਹਨੂੰ ਰੈਫਰ ਕਰਦੇ ਹੋ ਸਾਨੂੰ। ਉਹਨਾਂ ਦੇ ਮਤਲਬ ਸਾਰਾ ਜਿਹੜਾ ਫਿਊਚਰ ਦਾ ਕਰੀਅਰ ਗੋਲ ਹੈਗੇ ਉਹ ਕਲੀਅਰ ਆ। ਸਾਡੇ ਪੰਜਾਬ ਦੇ ਸਟੂਡੈਂਟ ਤੇ ਥੋੜ੍ਹੀ ਜਿਹੀ ਲੈਕ ਹੈਗੀ ਆ, ਬਟ ਸਾਡੇ ਜਿਹੜੇ ਐਜੂਕੇਸ਼ਨ ਕੰਸਲਟੈਂਟ ਪੰਜਾਬ ਤੋਂ ਜਾਂ ਇੰਡੀਆ 'ਚ ਆਪਰੇਟ ਕਰਦੇ ਆ, ਇਹ ਮੈਂ ਸਮਝਦਾ ਉਹਨਾਂ ਦਾ ਫਰਜ਼ ਬਣਦਾ ਹੈਗਾ ਕਿ ਉਹਨੂੰ ਚੰਗੀ ਤਰ੍ਹਾਂ ਗਾਈਡ ਕਰਨ ਕਿ ਇਹਦਾ ਅੱਗੇ ਪ੍ਰੋਸਪੈਕਟ ਕੀ ਹੋਣੇ ਆ। ਫੰਡਿੰਗ ਰਿਕੁਆਇਰਮੈਂਟ ਕੀ ਹੈ ਜੀ ਇਸ ਚੀਜ਼ ਦੀ? ਫੰਡਿੰਗ ਸਿੰਪਲ ਹੈਗਾ। ਮੈਂ ਵੈਸੇ ਤੁਹਾਨੂੰ ਜੇ ਸਿੰਪਲ ਗੱਲ ਦੱਸਾਂ ਕਿ ਜੇ ਕਿਸੇ ਵਿਦਿਆਰਥੀ ਨੇ ਪੰਜਾਬ ਤੋਂ, ਇੰਡੀਆ ਤੋਂ ਜਾਂ ਕਿਤੇ ਵੀ UK ਦੇ ਵਿੱਚ ਸਪੈਸ਼ਲੀ ਪੜ੍ਹਨ ਆਉਣਾ, ਇਹ ਕੋਈ ਰੋਕਟ ਸਾਇੰਸ ਨਹੀਂ ਹੈਗਾ ਕਿ ਤੁਸੀਂ ਪੜ੍ਹਨ ਆਉਣਾ ਇੱਥੇ ਤੇ ਕਿ ਤੁਹਾਨੂੰ ਕਿਸੇ ਕੰਸਲਟੈਂਟ ਦੀ ਜਾਂ ਕਿਸੇ ਏਜੰਟ ਦੀ ਲੋੜ ਹੈਗੀ ਆ। ਤੁਹਾਡੀਆਂ ਸਾਰੀਆਂ ਯੂਨੀਵਰਸਿਟੀਆਂ UK ਦੀਆਂ ਤੁਸੀਂ ਉੱਥੇ ਲਿਖੋਗੇ, ਉੱਥੇ ਸਾਰੇ ਦੇ ਸਾਰੀਆਂ ਯੂਨੀਵਰਸਿਟੀ ਆ ਜਾਂਦੀਆਂ। ਤੁਸੀਂ ਆਨਲਾਈਨ ਖੁਦ ਵੀ ਅਪਲਾਈ ਕਰ ਸਕਦੇ ਆ, ਕਿਸੇ ਏਜੰਟ ਦੀ ਲੋੜ ਨਹੀਂ ਆ। ਸਿੰਪਲ ਜਿਹਾ ਪ੍ਰੋਸੀਜਰ ਹੈਗਾ। ਯੂਨੀਵਰਸਿਟੀ ਨੇ ਸਾਰੀਆਂ ਰਿਕੁਆਇਰਮੈਂਟਸ ਉੱਥੇ ਲਿਖੀਆਂ ਹੋਈਆਂ। ਨਹੀਂ ਹੈਗਾ ਉਹਦੇ ਇੰਟਰਨੈਸ਼ਨਲ ਆਫਿਸਰ ਹੈਗੇ ਆ, ਤੁਸੀਂ ਉਹਨੂੰ ਕਾਲ ਕਰਕੇ ਪੁੱਛ ਸਕਦੇ ਆ। ਈਵਨ ਇੰਡੀਆ ਦੇ ਵਿੱਚ ਵੀ ਸਾਰੀਆਂ ਯੂਨੀਵਰਸਿਟੀਆਂ ਦੇ ਇੰਟਰਨੈਸ਼ਨਲ ਆਫਿਸ ਹੈਗੇ ਆ। ਨਹੀਂ ਤੁਹਾਨੂੰ ਉੱਥੇ ਚੀਜ਼ ਪਤਾ ਲੱਗਦੀ, ਤੁਸੀਂ ਸਾਨੂੰ ਦੱਸੋ, ਜਾਂ ਕਿਸੇ ਕੋ ਵੀ ਤੁਸੀਂ ਜਾਣਾ ਹੈਗਾ, ਉਹਨੂੰ ਜਾ ਕੇ ਪਹਿਲਾਂ ਆਪਣਾ ਪੁੱਛੋ ਸਾਰਾ ਕੁਝ ਕਿ ਭਾਈ ਮੈਂ ਆਹ ਕੋਰਸ ਕਰਨਾ ਚਾਹੁੰਦਾ ਹੈਗਾ, ਆਹ ਮੈਂ ਕੀਤਾ ਹੋਇਆ, ਆਹ ਮੇਰਾ ਸਕੋਰ ਹੈਗਾ, ਮੇਰਾ ਅੱਗੇ ਫਿਊਚਰ ਕੀ ਹੈਗਾ, ਕਿਹੜੇ ਕੋਰਸ 'ਚ ਮੈਂ ਜਾ ਸਕਦਾ, ਮੇਰੀ ਫੰਡਿੰਗ ਦੀ ਰਿਕੁਆਇਰਮੈਂਟ ਕੀ ਆ। ਜੇ ਮੈਂ ਫੰਡਿੰਗ ਦੀ ਗੱਲ ਕਰਾਂ, ਫੰਡਿੰਗ 2 ਤਰ੍ਹਾਂ ਦੀ ਹੁੰਦੀ ਹੈਗੀ ਆ। ਇੱਕ ਹੁੰਦੀ ਹੈ ਕਿ ਸਟੂਡੈਂਟ ਨੇ ਜਿਹੜੀ ਯੂਨੀਵਰਸਿਟੀ ਦੀ ਫੀਸ ਦੇਣੀ ਆ। ਜ਼ਿਆਦਾਤਰ ਯੂਨੀਵਰਸਿਟੀਆਂ ਦੀ ਫੀਸ, ਜੇ ਬੱਚੇ ਨੇ +2 ਕੀਤੀ ਹੋਈ ਆ ਜਾਂ ਗ੍ਰੈਜੂਏਸ਼ਨ ਕੀਤੀ ਹੋਈ ਆ, ਨੀਅਰਲੀ 12,000 ਤੋਂ ਲੈ ਕੇ 14,000 ਪਾਉਂਡ 1 ਸਾਲ ਦੀ ਫੀਸ ਹੁੰਦੀ ਹੈ। ਠੀਕ ਹੈ, ਉਹਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਆਪਸ਼ਨਸ ਹੁੰਦੀਆਂ ਹੈਗੀਆਂ। ਹੁਣ ਜਿੱਦਾਂ ਮੈਂ ਜ਼ਿਆਦਾਤਰ ਯੂਨੀਵਰਸਿਟੀਆਂ ਦਾ ਡਾਇਰੈਕਟ ਰਿਪਰੈਜ਼ੈਂਟੇਟਿਵ ਹਾਂ ਇੱਥੇ, ਸਾਡੇ ਕੋਲ ਆਪਸ਼ਨ ਹੁੰਦੀ ਆ, ਅਸੀਂ ਯੂਨੀਵਰਸਿਟੀ ਨੂੰ ਕਨਵਿੰਸ ਕਰ ਸਕਦੇ ਹਾਂ ਉਹਦਾ ਪੋਰਟਫੋਲੀਓ ਦੇ ਕੇ ਸਟੂਡੈਂਟ ਦਾ, ਕਿ ਸਟੂਡੈਂਟ ਦੇ ਬਹੁਤ ਅੱਛੇ ਕ੍ਰੈਡੈਂਸ਼ੀਅਲ ਹੈਗੇ ਆ, ਹੀ ਗੋਟ ਵੈਰੀ ਗੁੱਡ ਮਾਰਕਸ, +2 ਦੇ ਵਿੱਚ ਲੈ ਲਓ, ਜਾਂ IELTS ਬਹੁਤ ਅੱਛਾ, ਇਹਨੂੰ ਕਿਉਂ ਨਾ ਤੁਸੀਂ ਅਪ ਟੂ 6,000 ਪਾਉਂਡ ਸਕਾਲਰਸ਼ਿਪ ਆਫਰ ਕਰੋ। ਉਹ ਯੂਨੀਵਰਸਿਟੀ ਸਾਡੇ ਜੋ ਅਸੀਂ ਉਹਨੂੰ ਇੱਕ ਕੇਸ ਬਣਾ ਕੇ ਭੇਜਿਆ ਬੱਚੇ ਦਾ, ਉਸ ਬਿਹਾਫ 'ਤੇ ਆਪਣਾ ਡਿਸੀਜਨ ਦਿੰਦੀ ਆ, ਓਕੇ ਮਿਸਟਰ ਸਿੰਘ, ਆਪਾਂ ਜਿਹੜਾ ਤੁਹਾਡਾ ਕੇਸ ਸੀਗਾ ਇਟਸ ਜਸਟੀਫਾਈਬਲ, ਠੀਕ ਹੈ, ਅਸੀਂ ਇਹਨੂੰ ਅਪ ਟੂ 5,000 ਜਾਂ 6,000 ਪਾਉਂਡ ਟੋਟਲ ਫੀਸ 'ਤੇ ਸਕਾਲਰਸ਼ਿਪ ਦੇ ਸਕਦੇ ਆ। ਜੇ ਤੁਸੀਂ ਕਿਸੇ ਹੋਰ ਬੰਦੇ ਦੀ ਗੱਲ ਕਰੋ, ਪੰਜਾਬ ਦੇ ਏਜੰਟ ਦੀ ਗੱਲ ਕਰੋ, ਉਹ ਇੱਕ ਚੀਜ਼ ਕਦੀ ਨਹੀਂ ਕਰਨਗੇ, ਕਿਉਂਕਿ ਉਹਦੇ 'ਚ ਪ੍ਰੋਬਲਮ ਕੀ ਆ ਕਿ ਉਹਦਾ ਜਿਹੜਾ ਏਜੰਟ ਨੂੰ ਉਸ ਚੀਜ਼ 'ਤੇ ਕਮਿਸ਼ਨ ਨਹੀਂ ਮਿਲਣਾ। ਕਮਿਸ਼ਨ ਸਿਰਫ ਤੁਹਾਡਾ ਪੌਂਡਾਂ 'ਚ 100 ਪਾਉਂਡ ਦਾ 200 ਪਾਉਂਡ ਹੋਗਾ, ਪਰ ਬੱਚੇ ਦਾ 4 ਲੱਖ ਰੁਪਈਆ ਆ। ਸਮਝ ਸਕਦੇ ਹੋ ਤੁਸੀਂ, 4 ਲੱਖ ਤੇ 200 ਪਾਉਂਡ ਬਹੁਤ ਵੱਡਾ ਡਿਫਰੈਂਸ ਆ। ਤੁਸੀਂ ਆਪ ਬੱਚੇ ਦੇ ਪੇਰੈਂਟਸ ਨੂੰ ਕਹਿ ਸਕਦੇ ਹੋ ਕਿ ਯਾਰ ਮੈਂ ਤੈਨੂੰ ਆਹ ਚੀਜ਼ ਕਰਵਾ ਕੇ ਦੇ ਦਾਂਗਾ, ਤੂੰ ਮੈਨੂੰ ਐਕਸਟਰਾ ਇੰਨੇ ਦੇ ਦੇ, ਪਰ ਮੈਂ ਤੈਨੂੰ ਇੰਨਾ ਆਫ ਕਰਵਾ ਦਾਂਗਾ। ਮੇਰੇ ਵੀ ਜੈਨ ਸੀ ਇਹ ਸਕਾਲਰਸ਼ਿਪ ਵਾਲੀ ਗੱਲ, ਮੈਂ ਪਹਿਲਾਂ ਨਹੀਂ ਕਦੇ ਵੀ ਕਿਸੇ ਤੋਂ ਸੁਣੀ, ਪਹਿਲੀ ਵਾਰੀ ਹੋਇਆ ਵੀ ਇੰਟਰਨੈਸ਼ਨਲ ਸਟੂਡੈਂਟ ਲਈ ਵੀ ਸਕਾਲਰਸ਼ਿਪ ਅਵੇਲੇਬਲ ਹੈ। ਜੇ ਤੁਸੀਂ ਯਕੀਨ ਮੰਨੋ, ਮੈਂ ਇੱਕ ਯੂਨੀਵਰਸਿਟੀ ਦਾ ਨਾਮ ਲੈ ਦਊਂਗਾ ਇੱਥੇ, ਜਿਹਦਾ ਕੋਈ ਮੈਂ ਰਿਪਰੈਜ਼ੈਂਟੇਟਿਵ ਵੀ ਹਾਂ ਸਿੱਧਾ, ਕਿੰਗਸਟਨ ਯੂਨੀਵਰਸਿਟੀ ਲੰਡਨ ਹੈਗੀ ਆ। ਉਹਦੇ ਵਿੱਚ ਕੋਈ ਬੱਚਾ ਜੇ ਪੜ੍ਹਨ ਆਵੇ, ਜਿੰਨੀ ਉਹਦੀ ਫੀਸ ਹੈਗੀ ਆ, ਅਸੀਂ ਮੇਰੇ ਕੋਲ ਖੁਦ ਇਖਤਿਆਰ ਹੁੰਦਾ ਹੈਗਾ ਕਿ ਅਸੀਂ ਅਪ ਟੂ 3,000 ਪਾਉਂਡ ਉਹਨੂੰ ਆਫ ਕਰ ਸਕਦੇ ਹਾਂ ਫੀਸ ਦਾ। ਠੀਕ ਹੈ, ਉਹ ਮੇਰੇ ਕੋਲ ਹੈ। ਉਹ ਮੈਂ ਯੂਨੀਵਰਸਿਟੀ ਨੂੰ ਇੱਕ ਆਪਣਾ ਕੇਸ ਬਣਾ ਕੇ ਭੇਜਣਾ ਕਿ ਕਿਉਂ ਇਹਨੂੰ 3,000 ਪਾਉਂਡ ਤੁਹਾਨੂੰ ਦੇਣਾ ਚਾਹੀਦਾ। ਠੀਕ ਹੈ, ਉਹ ਜੇ 3,000 ਪਾਉਂਡ ਆਫ ਹੁੰਦਾ ਤਾਂ ਬੱਚੇ ਦੀ ਟੋਟਲ ਫੀਸ 11,000 ਪਾਉਂਡ ਰਹਿ ਜਾਂਦੀ ਹੈ। 14,500 ਤੋਂ 11,500 ਪਾਉਂਡ ਰਹਿ ਜਾਂਦੀ। ਇਟਸ ਅ ਬਿਗ ਡਿਫਰੈਂਸ। ਠੀਕ ਹੈ, ਫਿਰ ਉਸ ਤੋਂ ਬਾਅਦ ਜੇ ਬੱਚਾ ਹੋਰ ਅੱਛਾ ਪਰਫਾਰਮ ਕਰਦਾ ਹੈਗਾ, ਅਸੀਂ ਅਗਲੇ ਸਾਲ ਫਿਰ ਉਹਦੇ ਜਿਹੜਾ ਇੰਟਰਨੈਸ਼ਨਲ ਆਫਿਸ ਆ ਉਹਨਾਂ ਗੱਲ ਕਰ ਸਕਦੇ ਹਾਂ, ਲੁੱਕ ਦਿਸ ਇਜ਼ ਅ ਵੈਰੀ ਗੁੱਡ ਸਟੂਡੈਂਟ, ਤੁਸੀਂ ਇਹਨੂੰ ਹੋਰ ਕੀ ਦੇ ਸਕਦੇ ਹੋ ਤਾਂ ਕਿ ਤੁਹਾਡਾ ਯੂਨੀਵਰਸਿਟੀ ਦਾ ਅੱਗੇ ਜਾ ਕੇ ਬ੍ਰਾਈਟ ਫਿਊਚਰ ਇਹ ਬਣੇ। ਉਹ ਹੋਰ ਵੀ ਉਹਨੂੰ ਫੈਸਿਲਿਟੀਆਂ ਦੇ ਸਕਦੇ ਆ। ਇੱਕ ਕੁਐਸਚਨ ਮੈਂ ਤੁਹਾਨੂੰ ਹੋਰ ਪੁੱਛਣਾ ਸੀ, ਜਿਹੜੇ ਉੱਥੇ ਅੱਜ ਕੱਲ੍ਹ ਏਜੰਟ ਐਡਵਰਟਾਈਜ਼ ਕਰਦੇ ਆ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਫੀਸ ਵੀਜ਼ਾ ਲੱਗਣ ਤੋਂ ਬਾਅਦ, ਉਹ ਉਸ ਚੀਜ਼ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ ਸਾਨੂੰ। ਪਤਾ ਕੀ ਆ, ਆਪਾਂ ਜੇ ਸਿੰਪਲ ਜੀ ਗੱਲ ਕਰੀਏ, ਜਿਹੜੀ ਪੰਜਾਬ ਦੀ ਮਾਰਕੀਟ ਖਾਸ ਕਰਕੇ ਜੇ ਮੈਂ ਗੱਲ ਕਰਾਂ, ਜਿਹੜੀ ਪੰਜਾਬ ਦੀ ਮਾਰਕੀਟ ਹੈਗੀ ਆ, ਇੰਡੀਆ ਦੀ ਨਹੀਂ ਕਹਾਂਗੇ, ਪੰਜਾਬ ਦੀ ਮਾਰਕੀਟ, ਕਿਉਂਕਿ ਸਾਡੇ ਕੋਲ ਸਾਊਥ ਤੋਂ ਸਟੂਡੈਂਟ ਆਉਂਦੇ ਆ, ਕੇਰਲਾ ਸਾਈਡ ਤੋਂ ਆਉਂਦੇ ਆ, ਤਮਿਲ ਸਾਈਡ ਤੋਂ ਆਉਂਦੇ ਆ, ਜਾਂ ਹੋਰ ਕਿਸੇ ਏਰੀਆ ਤੋਂ ਆਉਂਦੇ ਆ ਸਟੂਡੈਂਟ। ਉਹ ਜਿਹੜੇ ਬੱਚੇ ਹੁੰਦੇ ਆ ਉਹ ਬੜੇ ਮੈਚਿਓਰ ਹੁੰਦੇ ਆ, ਉਹਨੂੰ ਪਤਾ ਹੁੰਦਾ, ਉਹਨੇ ਸਾਡੇ ਗੱਲ ਕਰਨ ਤੋਂ ਪਹਿਲਾਂ ਯੂਨੀਵਰਸਿਟੀ ਦੇ ਸਾਰੀ ਇਨਫੋਰਮੇਸ਼ਨ ਗੈਦਰ ਕੀਤੀ ਹੁੰਦੀ ਆ। ਠੀਕ ਹੈ, ਉਹ ਕੀ ਹੈਗਾ ਕਿ ਉਹ ਕਹਿੰਦੇ ਕਿ ਠੀਕ ਹੈ ਸਰ, ਆਹ ਚੀਜ਼ ਹੈਗੀ ਆ, ਤੁਸੀਂ ਸਾਡੀ ਮਤਲਬ ਅੱਗੇ ਸਕਾਲਰਸ਼ਿਪ ਦਵਾ ਸਕਦੇ ਹੋ, ਸਾਡੇ ਲਈ ਅੱਗੇ ਅਸਿਸਟੈਂਸ ਦੇ ਸਕਦੇ ਹੋ, ਇੱਥੇ ਆ ਕੇ ਮਤਲਬ ਪੋਸਟ ਅਰਾਈਵਲ ਸਾਨੂੰ ਅਸਿਸਟੈਂਟ ਜਿਹੜੀ ਚਾਹੀਦੀ ਹੁੰਦੀ ਆ ਉਹ ਤੁਸੀਂ ਦੇ ਸਕਦੇ ਹੋ। ਵੀ ਆਰ ਹੈਪੀ ਟੂ ਗੋ ਵਿਦ ਯੂ। ਠੀਕ ਹੈ, ਅਦਰਵਾਈਜ਼ ਉਹ ਖੁਦ ਵੀ ਕਰ ਸਕਦੇ ਆ। ਹੁਣ ਜਿਹੜੇ ਪੰਜਾਬ ਦੇ ਹੈਗੇ, ਪੰਜਾਬ ਦੀ ਮਾਰਕੀਟ ਹੈਗੀ ਆ, ਉੱਥੇ ਐਡ ਆਉਂਦੀ ਆ, ਮੈਂ TV 'ਤੇ ਦੇਖਦਾ ਹੈਗਾ। ਇੱਕ ਦਿਨ ਤਾਂ ਮੈਂ ਐਡ ਦੇਖੀ ਕਿ UK ਜਾਓ 2.5 ਲੱਖ ਰੁਪਏ 'ਚ। ਮੈਂ ਕਨਫਿਊਜ਼ ਹੋ ਗਿਆ,
ਮੈਂ ਕਿਹਾ ਯਾਰ ਇਹ ਕਿੱਦਾਂ ਪੋਸੀਬਲ ਹੋ ਸਕਦਾ? ਕੋਈ ਯੂਨੀਵਰਸਿਟੀ ਕੋਈ ਵੀ ਹੈਗੀ ਆ, ਘੱਟੋ ਘੱਟ 10 ਤੋਂ 12,000 ਪਾਉਂਡ ਉਹਦੀ ਫੀਸ ਆ, ਤੁਸੀਂ 2.5 ਲੱਖ ਦੇ ਵਿੱਚ ਬੱਚਾ ਕਿੱਦਾਂ ਪਹੁੰਚ ਸਕਦਾ ਉੱਥੇ? ਚਲੋ ਕੰਫਿਊਜ਼ ਹੋ ਗਿਆ ਮੈਂ, ਹੁਣ ਕੁਝ ਕਰ ਤਾਂ ਸਕਿਆ ਨਹੀਂ ਹੈ। ਫਿਰ ਉਸ ਤੋਂ ਬਾਅਦ ਬਾਕੀ ਜ਼ਿਆਦਾਤਰ ਚੈਨਲਾਂ 'ਤੇ ਦੇਖੀਦਾ ਹੈਗਾ ਸਾਰੇ ਦੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਵੀਜ਼ਾ ਲੱਗਣ ਤੋਂ ਬਾਅਦ ਕੀ ਉਹ ਚੀਜ਼ ਹੈਗੀ ਹੈ, ਜਿੱਥੇ ਤੱਕ ਮੇਰੀ ਸਮਝ ਆਈ ਹੈ ਜਾਂ ਮੈਂ ਜਿਹੜੇ ਬੱਚਿਆਂ ਨਾਲ ਇੰਟਰੈਕਟ ਹੋਇਆ ਇੱਥੇ ਆ ਕੇ, ਜਿਹੜੇ ਸਾਡੇ ਆਫਿਸ 'ਚ ਵਿਜ਼ਿਟ ਕਰਦੇ ਆ ਇੱਥੇ ਆ ਕੇ, ਉਹ ਕਹਿੰਦੇ ਹੈਗੇ ਆ ਕਿ ਏਜੰਟ ਨੇ ਸਾਡੇ ਨਾਲ ਇੱਕ ਪੈਕੇਜ ਡੀਲ ਕਰ ਲਈ ਕਿ ਅਸੀਂ ਤੁਹਾਡੀ ਫੀਸ ਦੇਵਾਂਗੇ, ਅਸੀਂ ਤੁਹਾਡੀ ਅੰਬੈਸੀ ਦੀ ਫੀਸ ਦੇਵਾਂਗੇ, ਅਸੀਂ ਤੁਹਾਡੀ ਫਲਾਈਟ ਟਿਕਟਸ ਦੇਵਾਂਗੇ, ਤੁਸੀਂ ਇੱਕ ਲੰਮਸਮ ਪੈਕੇਜ ਹੋ ਗਿਆ। ਪਰ ਉਸ ਪੈਕੇਜ ਦੇ ਵਿੱਚ ਨੁਕਸਾਨ ਸਾਰਿਆਂ ਤੋਂ ਜ਼ਿਆਦਾ ਬੱਚੇ ਦਾ, ਜੇ ਉਹ ਸਮਝਣ ਤਾਂ ਯੂਨੀਵਰਸਿਟੀ ਦੀ ਤੁਹਾਡੀ ਫੀਸ ਟੋਟਲ ਹੈਗੀ ਹੈ 11,000 ਪਾਉਂਡ, ਠੀਕ ਹੈ ਜੀ। ਏਜੰਟ ਨੇ ਤੁਹਾਡੀ 3 ਮਹੀਨੇ ਦੀ ਫੀਸ ਦਿੱਤੀ 3,000 ਪਾਉਂਡ, ਉਹਨੇ ਪੈਕੇਜ ਕਰ ਲਿਆ ਤੁਹਾਡੇ ਤੋਂ 16 ਲੱਖ ਦਾ, 15 ਲੱਖ ਦਾ, 13 ਲੱਖ ਦਾ। ਫੰਡਿੰਗ ਕਿਸੇ ਨੇ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਪਾਏ ਜਿਹੜੇ ਕਿ ਗੈਰ ਕਾਨੂੰਨੀ ਆ। ਜਿਹੜੀ ਯੂਕੇ ਦੀ ਗੌਰਮੈਂਟ ਹੈਗੀ ਆ, ਉਹ ਤੁਹਾਨੂੰ ਪੈਸੇ ਆਪਣੇ ਅਕਾਊਂਟ 'ਚ ਦਿਖਾਉਣ ਲਈ ਕਿਉਂ ਕਹਿੰਦੀ ਹੈਗੀ ਆ ਕਿ ਜਿੱਦਾਂ ਹੁਣ ਕੋਵਿਡ-19 ਆਇਆ ਸੀਗਾ, ਜੇ ਤੁਹਾਡੇ ਕੋਲ ਆਪਣੇ ਪੈਸੇ ਹੈਗੇ ਤਾਂ ਤੁਸੀਂ ਇੱਥੇ ਸਰਵਾਈਵ ਕਰ ਸਕਦੇ ਆ। ਤੁਹਾਡੇ ਪੈਸੇ ਏਜੰਟ ਨੇ ਤੁਹਾਡੇ ਦਿਖਾ ਦਿੱਤੇ, ਤੁਸੀਂ ਕੀਤਾ ਕੁਛ ਨਹੀਂ, ਤੁਸੀਂ ਇੱਕ ਘਰ ਬੈਠ ਕੇ ਸਾਰਾ ਕੁਛ ਇੱਕ ਏਜੰਟ ਕਰ ਰਿਹਾ ਹੈਗਾ, ਤੁਹਾਡਾ ਤਾਂ ਕੁਛ ਕੀਤਾ ਹੀ ਨਹੀਂ, ਤੁਹਾਨੂੰ ਤਾਂ ਪਤਾ ਹੀ ਕੁਛ ਨਹੀਂ। ਫਿਰ ਤੁਸੀਂ ਇੱਥੇ ਆਨੇ ਆ, ਨੈਚੁਰਲੀ ਆ ਕਿ ਜਿਹੜਾ ਬੱਚਾ ਇੱਥੇ ਆਏਗਾ ਡਿਸਓਨੈਸਟੀ ਵੱਲ ਜਾਏਗਾ। ਕਿਉਂ ਜਾਏਗਾ? ਬੱਚੇ ਨੇ 14-16 ਲੱਖ ਰੁਪਇਆ ਉੱਥੇ ਦੇ ਦਿੱਤਾ, ਉਹਦੀ ਫੀਸ ਯੂਨੀਵਰਸਿਟੀ ਦੇ 3 ਮਹੀਨੇ ਦੀ ਆ। ਬੱਚਾ ਇੱਥੇ ਆਇਆ, ਅਗਲੇ ਦਿਨ ਉਹ 10,000 ਪਾਉਂਡ ਦੇ ਡੈਟ ਦੇ ਥੱਲੇ ਆ। ਹੁਣ ਤੁਸੀਂ ਦੱਸੋ ਕਿ ਜਿਹੜਾ ਬੱਚਾ ਆਲਰੇਡੀ 16 ਲੱਖ ਦੇ ਕੇ ਆਇਆ, 10,000 ਪਾਉਂਡ ਯੂਨੀਵਰਸਿਟੀ ਦੀ ਫੀਸ ਦੇਵੇਗਾ? ਨਹੀਂ ਦੇਵੇਗਾ। ਉਹ ਤੋਂ ਬਾਅਦ ਫਿਰ ਕਹਿੰਦੇ ਹੈਗੇ ਆ, ਸਾਡੇ ਲੋਕ ਕਹਿੰਦੇ ਆ ਕਿ ਯੂਕੇ ਦੀ ਮਾਰਕੀਟ ਬੰਦ ਹੋ ਗਈ, ਯੂਕੇ ਦੀ ਮਾਰਕੀਟ ਖੁੱਲ੍ਹ ਗਈ। ਉਹ ਅਸੀਂ ਬੰਦ ਕਰਦੇ ਹਾਂ, ਅਸੀਂ ਖੋਲ੍ਹਦੇ ਹਾਂ, ਸਮਝ ਰਹੇ ਹੋ ਨਾ ਤੁਸੀਂ? ਹੁਣ ਸਾਡੇ ਕੋਲ ਅਸੀਂ ਯੂਨੀਵਰਸਿਟੀ ਦੇ ਪੈਨਲ 'ਚ ਬੈਠਦੇ ਹੈਗੇ ਆ, ਮੈਨੂੰ ਨਹੀਂ ਪਤਾ ਕਿ ਬਾਕੀ ਏਜੰਟ ਕਿੰਨੇ ਉਹ ਪੈਨਲ 'ਚ ਬੈਠਦੇ ਆ। ਮੈਂ ਯੂਨੀਵਰਸਿਟੀ ਦੇ ਪੈਨਲ 'ਤੇ ਬੈਠਦਾ, ਉੱਥੇ ਸੀਨੀਅਰ ਲੈਵਲ ਦੀ ਸਾਰੀ ਡੈਲੀਗੇਸ਼ਨ ਹੁੰਦੀ ਆ ਉਹਦੀ। ਉਹ ਗੱਲ ਕਰਦੇ ਆ, ਮੈਨੂੰ ਪੁਆਇੰਟ ਆਊਟ ਕਰਦੇ, ਮਿਸਟਰ ਸਿੰਘ ਤੁਹਾਡੀ ਕਮਿਊਨਿਟੀ ਦੇ ਜਿਹੜੇ ਪੰਜਾਬ ਦੇ ਸਟੂਡੈਂਟ ਹੈਗੇ ਆ, ਉਹਦੀ ਡਿਸਓਨੈਸਟੀ ਲੈਵਲ ਸਾਰਿਆਂ ਤੋਂ ਹਾਇਰ ਆ। ਸਾਨੂੰ ਖੁਦ ਸ਼ਰਮਿੰਦਗੀ ਹੁੰਦੀ ਆ ਕਿ ਅਸੀਂ ਇੱਕ ਬੱਚਿਆਂ ਨੂੰ ਕਹਿੰਦੇ ਆ ਕਿ ਤੁਸੀਂ ਸਕਾਲਰਸ਼ਿਪ ਦਿਓ, ਉਹ ਬੱਚੇ ਯੂਨੀਵਰਸਿਟੀ ਨਹੀਂ ਆਉਂਦੇ। ਕੀ ਕਾਰਨ ਹੋ ਸਕਦਾ ਉਸ ਚੀਜ਼ ਦਾ? ਕਾਰਨ ਭਾਜੀ ਮੈਂ ਤਾਂ ਤੁਹਾਨੂੰ ਉਹੀ ਦੱਸਿਆ ਕਿ ਚੀਜ਼ਾਂ ਲੋਕਾਂ ਨੂੰ ਅਵੇਅਰ ਨਹੀਂ ਹੈਗੇ, ਸਿਸਟਮ ਪ੍ਰਤੀ ਅਵੇਅਰ ਨਹੀਂ ਹੈ। ਫੰਡਿੰਗ ਪਿੱਛੇ ਇੱਕ ਲਿਊਕਰੀਅਸ ਆਫਰ ਦੇ ਪਿੱਛੇ ਚਲੇ ਜਾਂਦੇ ਆ ਕਿ ਸਾਡੇ ਸਾਰੇ ਮਤਲਬ ਪੈਸਾ ਕੋਈ ਨਹੀਂ ਦੇਣਾ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ। ਤੁਸੀਂ ਆਲਰੇਡੀ ਡੈਟ ਦੇ ਥੱਲੇ, ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿ ਤੁਹਾਡੀ ਫੀਸ ਕਿੰਨੀ ਆ, ਕਿੰਨੀ ਏਜੰਟ ਨੇ ਭਰਤੀ ਹੈਗੀ ਆ। ਤੁਹਾਨੂੰ ਈਵਨ ਕੈਸ਼ ਲੈਟਰ 'ਤੇ ਸਾਰਾ ਕੁਝ ਹੁੰਦਾ। ਜੇ ਤੁਹਾਡੀ ਕੱਲ੍ਹ ਨੂੰ ਇੰਟਰਵਿਊ ਆਉਂਦੀ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਕਿੰਨੀ ਤੁਹਾਡੀ ਫੀਸ ਦਿੱਤੀ ਹੈ, ਕੀ ਹੈਗਾ। ਉਹ ਸਾਰੀਆਂ ਚੀਜ਼ਾਂ ਹਵਾ 'ਚ ਚੱਲ ਰਹੀਆਂ। ਉਹਦਾ ਮੇਨ ਕਾਰਨ ਜੋ ਹੈਗਾ ਕਿ ਉਹ ਬੱਚੇ ਨੂੰ ਖੁਦ ਪਤਾ ਨਹੀਂ ਹੈਗਾ, ਆਲਰੇਡੀ ਇੰਨਾ ਪੈਸਾ ਦੇ ਚੁੱਕਾ। ਮੇਰੇ ਕੋਲ ਕੱਲ੍ਹ ਇੱਕ ਬੱਚੀ ਆਈ, ਉੱਥੇ ਰੀਸੈਂਟਲੀ ਮੈਰਿਜ ਹੋਈ ਆ, 2 ਮਹੀਨੇ 3 ਮਹੀਨੇ ਪਹਿਲਾਂ ਉਹਦੀ ਮੈਰਿਜ ਹੋਈ ਆ ਮੇਰੇ ਖਿਆਲ। ਅਤੇ ਉਹ ਬੱਚੀ ਕਿਸੇ ਕੋਵਿਡ ਕਰਕੇ ਫਸੀ ਹੋਈ ਸੀਗੀ, ਹੁਣ ਉਹਦਾ ਵੀਜ਼ਾ ਲੱਗਾ ਅਤੇ ਉਹ ਟਰੈਵਲ ਕੀਤਾ ਉਹਨੇ, ਅਤੇ ਉਹਦੇ ਤੋਂ ਏਜੰਟ ਨੇ 25 ਲੱਖ ਰੁਪਈਆ ਲਿਆ। ਉਹ ਕਿਸੇ ਯੂਨੀਵਰਸਿਟੀ ਦੇ ਪ੍ਰੀ ਮਾਸਟਰ ਦੇ ਪ੍ਰੋਗਰਾਮ 'ਚ ਆਈ, ਉਹਦੇ ਆਈਲੈਟਸ ਦੀ ਕੰਡੀਸ਼ਨ ਹੈਗੀ ਆ, ਉਹਦੇ ਇੰਗਲਿਸ਼ 'ਚ ਬਹੁਤ ਅੱਛੇ ਨੰਬਰ ਆ। ਉਹਨੇ ਮੈਨੂੰ ਡਾਕੂਮੈਂਟ ਭੇਜੇ ਆਪਣੇ, ਅਤੇ ਮੈਂ ਉਹਨੂੰ ਪੁੱਛਿਆ ਕਿ ਤੂੰ ਪ੍ਰੀ ਮਾਸਟਰ 'ਚ ਕਿਉਂ ਆਈ? ਕਹਿੰਦੀ ਮੈਨੂੰ ਨਹੀਂ ਪਤਾ ਭਾਜੀ, ਏਜੰਟ ਕਹਿੰਦਾ ਕਿ ਇਹੀ ਕੋਰਸ ਹੈਗਾ। ਫਿਰ ਉਹ ਕਹਿੰਦਾ ਕਿ ਤੇਰਾ ਡਿਪੈਂਡੈਂਟ ਵੀ ਨਾਲ ਜਾ ਸਕਦਾ, ਜਦ ਕਿ ਜੇ ਬੱਚਾ ਇੱਥੇ ਲੈਵਲ 7 ਜਾਂ ਮਾਸਟਰ ਲੈਵਲ ਦੇ ਕੋਰਸ 'ਤੇ ਆਉਂਦਾ ਹੈਗਾ, ਉਹਦਾ ਡਿਪੈਂਡੈਂਟ ਲੀਗਲੀ ਤੌਰ 'ਤੇ ਨਾਲ ਆ ਸਕਦਾ, ਬਟ ਉਹਦੀ ਸ਼ਰਤ ਆ ਕਿ ਤੁਹਾਡਾ ਜਿਹੜਾ ਕੋਰਸ ਹੈਗਾ ਮਾਸਟਰ ਲੈਵਲ 6-7 ਦਾ ਹੋਣਾ ਚਾਹੀਦਾ, ਅਤੇ 9 ਮਹੀਨੇ ਤੋਂ ਘੱਟੋ ਘੱਟ ਜ਼ਿਆਦਾ ਹੋਣਾ ਚਾਹੀਦਾ। ਹੁਣ ਜਿਹੜਾ ਪ੍ਰੀ ਮਾਸਟਰ ਦਾ ਕੋਰਸ ਸੀਗਾ ਏਜੰਟ ਨੇ ਲੈ ਕੇ ਦਿੱਤਾ, ਉਹ ਲੈਵਲ 6 'ਚ ਆਉਂਦਾ, ਜਦੋਂ ਕੰਪਲੀਟ ਕਰੇਗੀ ਲੈਵਲ 7 'ਚ ਜਾਏਗੀ। 9 ਮਹੀਨੇ ਤੋਂ ਘੱਟ ਦਾ ਕੋਰਸ, ਡਿਪੈਂਡੈਂਟ ਉਹਦਾ ਆ ਨਹੀਂ ਸਕਦਾ। ਹੁਣ 25 ਲੱਖ ਰੁਪਇਆ ਆਲਰੇਡੀ ਦੇ ਕੇ ਆਈ ਆ, ਉਹਦੀ ਫੀਸ 9600 ਪਾਉਂਡ ਸੀ ਯੂਨੀਵਰਸਿਟੀ ਦੀ, ਏਜੰਟ ਨੇ ਉਹ 'ਚੋਂ ਵੀ 4600 ਪਾਉਂਡ ਭਰਿਆ, ਬਾਕੀ ਯੂਨੀਵਰਸਿਟੀ ਫੀਸ ਮੰਗਦੀ ਆ। ਤੁਸੀਂ ਆਪ ਸੋਚ ਕੇ ਦੇਖੋ ਕਿ ਉਹ ਬੱਚਾ ਕਿੱਥੇ ਸਟੈਂਡ ਕਰੂਗਾ, ਅੱਗੇ ਫਿਊਚਰ 'ਚ ਕੀ ਕਰੂਗਾ, ਕਿੱਦਾਂ ਕੋਰਸ ਕੰਪਲੀਟ ਕਰੂਗਾ, ਕੀ ਕੰਮ ਕਰੂਗਾ, ਕੀ ਨਹੀਂ ਕਰੂਗਾ। ਅਤੇ ਜਿੱਦਾਂ ਤੁਸੀਂ ਪਹਿਲਾ ਕੁਐਸਚਨ ਪੁੱਛਿਆ ਸੀ, ਸੌਰੀ ਮੈਂ ਉਹ ਸਕਿਪ ਕਰ ਗਿਆ, ਤੁਸੀਂ ਪੁੱਛਿਆ ਸੀਗਾ ਕਿ ਫੰਡਿੰਗ ਦੀ ਰਿਕੁਆਇਰਮੈਂਟ ਕੀ ਹੈਗੀ ਆ। ਫੰਡਿੰਗ ਇੱਕ ਸਿੰਪਲ ਜਿਹੀ ਚੀਜ਼ ਹੁੰਦੀ ਹੈ ਕਿ ਜਿੱਦਾਂ ਮੰਨ ਲਓ ਯੂਨੀਵਰਸਿਟੀ ਦੀ ਫੀਸ ਹੋ ਗਈ ਤੁਹਾਡੀ, ਸਪੋਜ਼ ਕਰੋ ਕਿ 10,000 ਪਾਉਂਡ ਕਿਸੇ ABC ਯੂਨੀਵਰਸਿਟੀ ਦੀ ਫੀਸ ਹੈਗੀ ਆ। ਬੱਚੇ ਨੇ ਜੇ ਤਾਂ ਪੂਰੀ ਦੀ ਪੂਰੀ ਫੀਸ ਪਹਿਲੇ ਗੋ ਦੇ ਵਿੱਚ ਭਰਤੀ, ਠੀਕ ਹੈ, ਜ਼ਿਆਦਾਤਰ ਹੁੰਦਾ, ਮੈਂ ਐਡਵਾਈਸ ਕਰਦਾ ਹੁੰਦਾ ਬੱਚਿਆਂ ਨੂੰ ਪਹਿਲਾਂ ਯੂਨੀਵਰਸਿਟੀ ਦਾ ਸਾਰੀਆਂ ਜਿਹੜੀ ਟਰਮ ਐਂਡ ਕੰਡੀਸ਼ਨ ਤੁਹਾਡੇ ਆਫਰ ਲੈਟਰ ਦੇ ਹੁੰਦੀ ਉਹਨੂੰ ਦੇਖਿਆ ਕਰੋ, ਪੜ੍ਹੋ ਚੰਗੀ ਤਰ੍ਹਾਂ। ਉਹਦੇ ਵਿੱਚ ਲਿਖਿਆ ਹੁੰਦਾ ਕਿ ਜੇ ਤੁਸੀਂ ਆਪਣੀ ਫੀਸ ਬਿਫੋਰ ਇਨਰੋਲਮੈਂਟ ਪੂਰੀ ਪੇ ਕਰਦੇ ਹੋ, ਦੈਨ ਦੇਰ ਇਜ਼ ਏ ਮੈਕਸੀਮਮ ਡਿਸਕਾਊਂਟ 1500 2000 ਤੱਕ ਐਕਸਟਰਾ ਡਿਸਕਾਊਂਟ ਹੁੰਦਾ। ਤੁਸੀਂ ਇੱਥੇ ਆ ਕੇ ਵੀ ਫੀਸ ਪੇ ਕਰਨੀ ਹੈ। ਜੇ ਤੁਹਾਨੂੰ 2 ਲੱਖ ਰੁਪਏ ਦਾ ਫਾਇਦਾ ਹੋ ਰਿਹਾ, ਤੁਸੀਂ ਕਿਉਂ ਨਹੀਂ ਵਨ ਗੋ 'ਚ ਭਰੋਗੇ ਉਹ, ਜੇ ਤੁਸੀਂ ਜੈਨੂਅਨ ਸਟੂਡੈਂਟ ਆ। ਜੇ ਤੁਹਾਡੀ ਅਟੈਂਸ਼ਨ ਹੀ ਸਿਰਫ ਇੱਥੇ ਬਾਰਡਰ ਕਲੀਅਰ ਕਰਦੀ ਹੈ, ਡੈਟਸ ਅ ਡਿਫਰੈਂਟ ਸਟੋਰੀ।
ਉਹਦੇ ਤੇ ਮੈਂ ਕਮੈਂਟ ਨਹੀਂ ਕਰੂੰਗਾ, ਠੀਕ ਹੈ। ਜੇ ਉਹ ਬੱਚੇ ਨੇ ਆਪਣੀ ਸਪੋਜ਼ ਕਰੋ 10 ਲੱਖ ਰੁਪਈਆ ਉਹਦੀ 10,000 ਪਾਉਂਡ ਯੂਨੀਵਰਸਿਟੀ ਦੀ ਫੀਸ ਆ, ਤੇ ਉਹਨੇ ਆਪਣੀ ਪੂਰੀ ਫੀਸ ਭਰਤੀ ਆ, ਤੇ ਉਹਦੀ ਯੂਨੀਵਰਸਿਟੀ ਆਊਟਰ ਲੰਡਨ 'ਚ ਆ, ਤੇ ਉਹਨੂੰ 9135 ਪਾਉਂਡ ਅਕਾਊਂਟ 'ਚ ਦਿਖਾਣੇ ਪੈਣੇ ਆ 28 ਦਿਨ ਪੁਰਾਣੇ। ਜਾਂ ਉਹ 28 ਦਿਨ ਪੁਰਾਣੇ ਦਿਖਾ ਸਕਦਾ, ਜਾਂ ਉਹ ਸਟੂਡੈਂਟ ਲੋਨ ਲੈ ਸਕਦਾ। ਜਿਹੜਾ ਸਟੂਡੈਂਟ ਲੋਨ ਹੋਏਗਾ ਉਹ 28 ਦਿਨ ਪੁਰਾਣਾ ਦਿਖਾਉਣ ਦੀ ਲੋੜ ਨਹੀਂ ਆ, ਉਹ ਸਿਰਫ ਉਹਨੂੰ ਮਤਲਬ ਉਹ ਹੋਣਾ ਚਾਹੀਦਾ ਕਿ ਵੈਲਿਡ ਹੈਗਾ, 6 ਮਹੀਨੇ ਦੇ ਵਿੱਚ ਇਸ਼ੂ ਹੋਇਆ, ਤੇ ਉਹਦਾ ਕੋਈ ਫਾਰਮੈਟ ਹੁੰਦਾ ਹੈਗਾ, ਉਹ ਫਾਰਮੈਟ ਦੇ ਵਿੱਚ ਹੋਣਾ ਚਾਹੀਦਾ। ਜੇ ਉਹਨੇ ਫੀਸ ਆਪਣੀ ਸਪੋਜ਼ ਕਰੋ 10,000 ਪਾਉਂਡ 'ਚੋਂ ਅੱਧੀ ਫੀਸ ਦਿੱਤੀ, ਜਿਹੜੀ ਕਿ ਯੂਨੀਵਰਸਿਟੀ ਕਹਿੰਦੀ ਕਿ ਤੁਸੀਂ ਅੱਧੀ ਫੀਸ ਦੇ ਕੇ ਵੀ ਆ ਸਕਦੇ ਹੋ, ਤੇ ਫਿਰ ਉਹਨੂੰ 9135 ਪਲੱਸ ਰਿਮੇਨਿੰਗ ਫੀਸ ਵੀ ਅਕਾਊਂਟ 'ਚ ਦਿਖਾਣੀ ਪੈਣੀ ਆ। ਜਿੱਦਾਂ ਕਿ ਮੈਂ ਜੇ ਤੁਹਾਨੂੰ 10,000 ਪਾਉਂਡ ਦੀ ਐਗਜ਼ਾਮਪਲ ਲਈਏ, 9135 ਪਲੱਸ 5,000 14,135 ਪਾਉਂਡ ਉਹਨੂੰ ਅਕਾਊਂਟ 'ਚ ਦਿਖਾਣੇ ਪੈਣੇ ਆ 28 ਦਿਨ ਪੁਰਾਣੇ। ਇੱਕ ਚੀਜ਼ ਇੱਥੇ ਮੈਂ ਹੋਰ ਕਲੀਅਰ ਕਰ ਦਿੰਦਾ, ਇਹ ਜਿਹੜੇ ਫੰਡ ਹੈਗੇ ਆ ਬੱਚੇ ਨੂੰ ਆਪਣੇ ਅਕਾਊਂਟ 'ਚ ਜਾਂ ਆਪਣੇ ਪੇਰੈਂਟਸ ਦੇ ਅਕਾਊਂਟ 'ਚ ਹੀ ਦਿਖਾ ਸਕਦਾ, ਕਿਸੇ ਹੋਰ ਅਕਾਊਂਟ 'ਚ ਨਹੀਂ ਦਿਖਾ ਸਕਦਾ ਕਿ ਕਿਸੇ ਰਿਲੇਟਿਵ ਦੇ ਅਕਾਊਂਟ 'ਚ ਦਿਖਾ ਦਈਏ ਜਾਂ ਇੱਥੇ ਕਿਸੇ ਦੇ ਦਿਖਾ ਦਈਏ, ਉਹ ਸਰਕਾਰ ਮੰਨਦੀ ਨਹੀਂ ਆ। ਇਹ ਹੈਗਾ ਆਊਟਰ ਲੰਡਨ, ਜੇ ਤੁਹਾਡੀ ਯੂਨੀਵਰਸਿਟੀ ਲੰਡਨ ਤੋਂ ਬਾਹਰ ਆ। ਜੇ ਤੁਹਾਡੀ ਯੂਨੀਵਰਸਿਟੀ ਲੰਡਨ ਦਾਇਰੇ ਦੇ ਵਿੱਚ ਹੈਗੀ ਆ, ਫਿਰ ਉਹਦੀ ਰਿਕੁਆਇਰਮੈਂਟ ਹੁੰਦੀ ਆ 11,385 ਪਾਉਂਡ, ਇਸ ਅਰਾਊਂਡ 11,385 ਪਾਉਂਡਸ। ਇਟਸ ਕ੍ਰਾਈਟੇਰੀਆ ਸੇਮ ਆ ਕਿ 28 ਦਿਨ ਪੁਰਾਣੇ ਹੋਣੇ ਚਾਹੀਦੇ ਆ ਜਾਂ ਸਟੂਡੈਂਟ ਲੋਨ ਹੋਣਾ ਚਾਹੀਦਾ। ਇਹ ਜਿਹੜੀ ਫੰਡਿੰਗ ਆ, ਜਿਹੜੀ ਤੁਸੀਂ ਦੱਸਿਆ ਫੰਡਿੰਗ ਦੀ, ਇਹ ਫਿਕਸਡ ਡਿਪੋਜ਼ਿਟ ਦੇ ਵਿੱਚ ਹੋਣੀ ਚਾਹੀਦੀ ਜਾਂ ਤੁਹਾਡੇ ਕੋਲ ਲੂਜ਼ ਮਨੀ ਹੋਣੀ ਚਾਹੀਦੀ ਹੈ? ਇਹ ਐਕਚੁਅਲੀ ਯੂਨੀਵਰਸਿਟੀ ਜਾਂ ਜਿਹੜੇ ਆਪਣਾ ਹੋਮ ਆਫਿਸ ਹੈਗਾ ਉਹ ਮੰਗਦਾ ਕਿ ਤੁਹਾਡੇ ਅਕਾਊਂਟ ਦੇ ਵਿੱਚ ਲਿਕੁਇਡ ਕੈਸ਼ ਹੋਣਾ ਚਾਹੀਦਾ, ਕਿ ਜਿਹੜਾ ਤੁਸੀਂ ਈਜ਼ੀਲੀ ਵਿਡਰੋ ਕਰ ਸਕੋ। ਜੇ ਤੁਸੀਂ FD ਕਰਾ ਲਿਓ, FD ਦੇ ਨਾਲ ਫਿਰ ਬੈਂਕ ਤੋਂ ਤੁਹਾਨੂੰ ਕੋਈ ਲੈਟਰ ਲੈਣਾ ਪਏਗਾ, ਜਿਹਦੇ ਵਿੱਚ ਹੋਏਗਾ ਕਿ ਤੁਹਾਨੂੰ ਇਹ ਜਿਹੜੇ ਫੰਡਸ ਹੈਗੇ ਆ ਅਵੇਲੇਬਲ ਹੈਗੇ, ਤੁਸੀਂ ਕਦੀ ਵੀ ਉਹਨੂੰ ਯੂਜ਼ ਕਰ ਸਕਦੇ ਹੋ। ਬਟ ਉਹਦੇ ਨਾਲੋਂ ਬੈਟਰ ਇਹ ਹੈਗਾ ਕਿ ਕਿਸੇ ਤਰ੍ਹਾਂ ਦੀ ਤੁਸੀਂ ਮਤਲਬ ਆਪਣੇ ਆਪ ਨੂੰ ਤਕਲੀਫ 'ਚ ਪਾਉਣ ਨਾਲੋਂ ਚੰਗਾ ਕਿ ਤੁਸੀਂ ਕੈਸ਼ ਰੱਖੋ ਜਾਂ ਲੋਨ ਲਓ। ਫੰਡਿੰਗ ਸੇਮ ਹੀ ਹੋਏਗੀ ਇਕੱਲੇ ਸਟੂਡੈਂਟ ਲਈ, ਤੇ ਜੇ ਉਹਦੇ ਨਾਲ ਸਪਾਊਸ ਨੇ ਆਉਣਾ ਕਿ ਜਾਂ ਉਹਦੇ 'ਚ ਡਿਫਰੈਂਸ ਹੋਏਗਾ ਕੋਈ? ਥੋੜ੍ਹਾ ਜਿਹਾ ਇਹ ਚੀਜ਼ ਹੁੰਦੀ ਹੈਗੀ ਕਿ ਜਿਹੜੇ ਸਟੂਡੈਂਟ ਦੀ ਫੰਡਿੰਗ ਅਲੱਗ ਹੁੰਦੀ ਹੈ, ਸਪਾਊਸ ਜੇ ਤੁਹਾਡੇ ਨਾਲ ਆਉਣਾ ਚਾਹੁੰਦਾ ਹੈਗਾ, ਉਹਦੀ ਇੱਕ ਸ਼ਰਤ ਹੁੰਦੀ ਹੈ। ਮੇਰੇ ਕੋਲ ਇਹ ਚੀਜ਼ ਮੈਂ ਬਹੁਤ ਸਾਰਿਆਂ ਆਪਣੇ ਜਿੰਨੇ ਵੀ ਸਾਡੇ ਦੇਖਣ ਵਾਲੇ ਹੈਗੇ ਆ, ਸਾਰਿਆਂ ਨੂੰ ਇੱਕ ਚੀਜ਼ ਕਲੀਅਰ ਕਰਨਾ ਚਾਹੂੰਗਾ, ਇਹ ਕਿ ਜਿਹੜਾ ਤੁਸੀਂ ਸਪਾਊਸ ਵੀਜ਼ਾ ਲਾਣੇ ਆ, ਸਪਾਊਸ ਨਾਲ ਆ ਸਕਦਾ ਜਾਂ ਕਿੱਦਾਂ ਆ ਸਕਦਾ, ਇਹ ਬਹੁਤ ਸਾਡੇ ਕੋਲ ਵੀ ਪ੍ਰੋਬਲਮ ਡੇਲੀ ਮੇਰੇ ਕੋਲ 5-4 ਸਟੂਡੈਂਟ ਆਫਿਸ 'ਤੇ ਵਿਜ਼ਿਟ ਕਰਦੇ ਆ, ਜਾਂ ਸਾਨੂੰ ਕਾਲਸ ਆਉਂਦੀਆਂ ਹੈਗੀਆਂ ਕਿ ਇੱਦਾਂ ਕਰਕੇ ਅਸੀਂ ਆ ਗਏ ਹੈਗੇ ਆ, ਸਪਾਊਸ ਸਾਡਾ ਉੱਥੇ ਰਹਿ ਗਿਆ, ਉਹ ਕਿੱਦਾਂ ਆ ਸਕਦਾ। ਮੈਂ ਚੀਜ਼ ਇੱਕ ਪਹਿਲਾਂ ਕਲੀਅਰ ਕਰਦਾ ਤੁਹਾਨੂੰ ਕਿ ਸਪਾਊਸ ਸਿਰਫ ਤੇ ਸਿਰਫ ਜੇ ਤੁਸੀਂ ਇੱਥੇ ਮਾਸਟਰਸ ਲੈਵਲ ਦਾ ਕੋਰਸ ਕਰਨ ਆ ਰਹੇ ਹੋ ਤਾਂ ਹੀ ਤੁਹਾਡੇ ਨਾਲ ਆ ਸਕਦਾ। ਉਹਨੂੰ ਲੈਵਲ 7 ਦਾ ਕੋਰਸ ਕਹਿੰਦੇ ਆ, ਉਹਦਾ ਨੈਸ਼ਨਲ ਕੁਆਲੀਫਿਕੇਸ਼ਨ ਫਰੇਮਵਰਕ ਦੇ ਵਿੱਚ ਲੈਵਲ 7 ਹੋਣਾ ਹੀ ਚਾਹੀਦਾ, ਤਾਂ ਹੀ ਤੁਸੀਂ ਆਪਣੇ ਡਿਪੈਂਡੈਂਟ ਨੂੰ ਨਾਲ ਲਿਆ ਸਕਦੇ ਆ। ਅਤੇ ਜਿਹੜਾ ਤੁਹਾਡਾ ਕੋਰਸ ਹੈਗਾ 9 ਮਹੀਨੇ ਤੋਂ ਜ਼ਿਆਦਾ ਦਾ ਹੋਣਾ ਚਾਹੀਦਾ, ਅਨਲੈਸ ਤੁਸੀਂ ਗੌਰਮੈਂਟ ਫੰਡਡ ਸਟੂਡੈਂਟ ਆ ਤਾਂ ਉਹ 6 ਮਹੀਨੇ ਦੇ ਵੀਜ਼ੇ 'ਤੇ ਵੀ ਤੁਸੀਂ ਡਿਪੈਂਡੈਂਟ ਲਿਆ ਸਕਦੇ ਆ। ਇੱਕ ਚੀਜ਼ ਇੱਕ ਮੈਂ ਕਲੀਅਰ ਕਰਨਾ ਚਾਹੂੰਗਾ, ਪਲੱਸ ਦੂਜਾ, ਜੇ ਤੁਸੀਂ +2 ਕੀਤੀ ਹੋਈ ਆ, ਤੁਸੀਂ ਆਪਣੇ ਡਿਪੈਂਡੈਂਟ ਨੂੰ ਨਾਲ ਲਿਆਉਣਾ ਚਾਹੁੰਦੇ ਆ, ਉਹਦਾ ਕੋਈ ਵੇ ਨਹੀਂ ਹੈਗਾ ਤੁਸੀਂ ਆਪਣੇ ਡਿਪੈਂਡੈਂਟ ਨੂੰ ਨਾਲ ਲਿਆ ਸਕੋ। ਉੱਥੇ ਕਾਫੀ ਤੁਹਾਨੂੰ ਵਾਅਦੇ ਕੀਤੇ ਜਾ ਸਕਦੇ ਆ ਕਿ ਤੁਸੀਂ ਬਾਅਦ 'ਚੋਂ ਲਿਜਾ ਸਕਦੇ ਹੋ, 3 ਮਹੀਨੇ ਦੀ ਸੈਲਰੀ ਦਿਖਾਣੀ ਆ ਜਾਂ ਲੈਟਰ ਲੈਣਾ ਹੈਗਾ। ਬਟ ਜੇ ਤੁਸੀਂ ਆਪ ਸਿਆਣੇ ਹੋ, ਆਪ ਪੜ੍ਹੇ ਲਿਖੇ ਹੋ, ਗੂਗਲ ਹੈਗਾ, ਗੂਗਲ 'ਤੇ ਜਾਓ, ਉੱਥੇ ਸਾਰਾ ਕੁਛ ਸਰਚ ਕਰਕੇ ਦੇਖੋ। ਜੋ ਮੈਂ ਕਹਿ ਰਿਹਾ ਹੈਗਾ ਉਹਨੂੰ ਵੀ ਤੁਸੀਂ ਉੱਥੇ ਜਾ ਕੇ ਚੈੱਕ ਕਰੋ ਕਿ ਮੈਂ ਰਾਈਟ ਬੋਲ ਰਿਹਾ ਕਿ ਨਹੀਂ ਬੋਲ ਰਿਹਾ। ਕਿਸੇ 'ਤੇ ਟਰਸਟ ਕਰਨ ਦੀ ਲੋੜ ਨਹੀਂ ਅੱਜ ਦੀ ਡੇਟ 'ਚ, ਬਿਕੋਜ਼ ਗਲੋਬਲਾਈਜੇਸ਼ਨ ਹੈਗੀ ਆ, ਤੁਹਾਡੇ ਸਾਰਿਆਂ ਕੋਲ ਇੰਟਰਨੈਟ ਦਾ ਐਕਸੈਸ ਹੈਗਾ। ਸਿੰਪਲ ਉੱਥੇ ਜਾ ਕੇ ਦੇਖੋ, ਟੀਅਰ 4 ਸਟੂਡੈਂਟ ਬੋਲਦੇ ਆ ਇਹਨੂੰ, ਟੀਅਰ 4 ਸਟੂਡੈਂਟ ਜਨਰਲ ਬੋਲਦੇ ਆ ਜਿਹੜੇ UK ਦਾ ਵਿਦਿਆਰਥੀ ਵੀਜ਼ਾ ਹੈਗਾ, ਟੀਅਰ 4 ਜਨਰਲ ਦਾ ਡਿਪੈਂਡੈਂਟ ਬੋਲਦੇ ਆ ਜਿਹੜਾ ਉਹਦਾ ਡਿਪੈਂਡੈਂਟ ਆ, ਉਹਦੀ ਸਾਰੀ ਰਿਕੁਆਇਰਮੈਂਟ ਉੱਥੇ ਸਾਰਾ ਕੁਝ ਲਿਖਿਆ ਹੋਇਆ, ਕਲੀਅਰ ਲਿਖਿਆ ਹੋਇਆ। ਜੇ ਫੰਡਿੰਗ ਦੀ ਗੱਲ ਕਰੀਏ, ਜੇ ਬੱਚਾ ਇੱਥੇ ਮਾਸਟਰਸ ਕਰਨ ਵਾਸਤੇ ਆ ਰਿਹਾ, ਉਹਦੇ ਨਾਲ ਡਿਪੈਂਡੈਂਟ ਨੇ ਆਉਣਾ ਹੈਗਾ, ਤੇ ਉਹਨੂੰ 6120 ਪਾਉਂਡ 6120 ਪਾਉਂਡਸ 28 ਦਿਨ ਪੁਰਾਣੇ ਸਟੂਡੈਂਟ ਦੇ ਨਾਲ ਦਿਖਾਣੇ ਪੈਣੇ ਆ। ਜੇ ਉਹਦਾ ਆਊਟਰ ਲੰਡਨ 'ਚ ਯੂਨੀਵਰਸਿਟੀ ਹੈਗੀ ਆ, ਜੇ ਇਨਰ ਲੰਡਨ ਯੂਨੀਵਰਸਿਟੀ ਆ, ਉਹਨੂੰ 7605 ਪਾਉਂਡ ਐਕਸਟਰਾ ਦਿਖਾਣੇ ਪੈਣੇ ਆ ਸਟੂਡੈਂਟ ਤੋਂ ਇਲਾਵਾ, ਅਰਾਊਂਡ 7605 ਪਾਉਂਡਸ। ਤੇ ਵਰਕ ਰਾਈਟਸ ਕੀ ਹੋਣਗੇ ਜੀ ਉਹਨਾਂ ਦੇ? ਵਰਕ ਰਾਈਟ ਜਿਹੜੇ ਬੱਚੇ ਤੁਸੀਂ ਕਹਿ ਲਓ ਕਿ ਲੈਵਲ 6 ਜਾਂ ਲੈਵਲ 7 'ਤੇ ਆਉਂਦੇ ਆ, ਬੱਚਿਆਂ ਨੂੰ 20 ਘੰਟੇ ਕੰਮ ਦੀ ਪਰਮਿਸ਼ਨ ਹੁੰਦੀ ਹੈ ਪੜ੍ਹਾਈ ਦੇ ਦੌਰਾਨ, ਠੀਕ ਹੈ। ਯੂਨੀਵਰਸਿਟੀ ਤੁਸੀਂ ਨਾਰਮਲੀ
ਹੁੰਦਾ 3 ਤੋਂ 4 ਦਿਨ ਯੂਨੀਵਰਸਿਟੀ ਹੁੰਦੀ ਹੈ। ਬੱਚਾ 20 ਘੰਟੇ ਵੀਕ ਦੇ ਕੰਮ ਕਰ ਸਕਦਾ ਡਿਊਰਿੰਗ ਟਰਮ ਟਾਈਮ। ਡਿਊਰਿੰਗ ਜਦ ਉਹਦਾ ਮਤਲਬ ਉਹਦਾ ਕੋਰਸ ਕੰਪਲੀਟ ਹੋ ਗਿਆ, ਉਹਦੀ ਹੌਲੀਡੇਜ਼ ਹੈਗੀਆਂ, ਦੈਨ ਉਹ ਯੂਨੀਵਰਸਿਟੀ ਉਹਨੂੰ ਇੱਕ ਲੈਟਰ ਦਿੰਦੀ ਆ ਤੇ ਉਸ 'ਤੇ ਉਹ ਫੁੱਲ ਟਾਈਮ ਕੰਮ ਵੀ ਕਰ ਸਕਦਾ। ਜਿਹੜਾ ਡਿਪੈਂਡੈਂਟ ਹੋਏਗਾ ਉਹਨੂੰ ਫੁੱਲ ਟਾਈਮ ਵਰਕ ਦਾ ਰਾਈਟ ਹੁੰਦਾ ਇੱਥੇ, ਉਹ ਕੋਈ ਵੀ ਕੰਮ ਕਰ ਸਕਦਾ ਹੈਗਾ, ਕਿੰਨੇ ਮਰਜ਼ੀ ਘੰਟੇ ਕਰ ਸਕਦਾ, ਉਹਦੇ 'ਤੇ ਕੋਈ ਪ੍ਰੋਬਲਮ ਨਹੀਂ ਹੈ। ਤੇ ਇੱਕ ਫਿਊਚਰ ਐਕਸਟੈਂਸ਼ਨ ਤੇ ਪੋਸਟ ਵਰਕ ਵੀਜ਼ੇ ਦਾ ਆਪਾਂ ਬਹੁਤ ਰੌਲਾ ਉਹਦੇ 'ਚ ਹੈਗਾ ਵੀ ਸਟੱਡੀ ਤੋਂ ਬਾਅਦ 2 ਸਾਲ ਦਾ ਵਰਕ ਪਰਮਿਟ ਮਿਲਦਾ ਸਟੂਡੈਂਟ ਨੂੰ। ਦੇਖੋ ਜੀ, ਜਿਹੜਾ ਪੋਸਟ ਸਟੱਡੀ ਵਰਕ ਹੈਗਾ ਉਹ ਕਹਿ ਰਹੀ ਹੈ ਜਿਹੜੀ ਇੱਥੇ ਦੀ ਸਰਕਾਰ ਹੈਗੀ ਆ ਕਿ ਅਸੀਂ ਇਸ ਸਾਲ ਆਟਮ ਤੋਂ, ਅਗਲੇ ਸਾਲ ਆਟਮ ਤੋਂ ਸ਼ੁਰੂ ਕਰਾਂਗੇ। ਕਦੋਂ ਕਰਨਗੇ, ਕਿਹੜਾ ਪ੍ਰੋਸੀਜਰ ਹੋਏਗਾ, ਹਜੇ ਤੱਕ ਪੇਪਰਸ 'ਤੇ ਕੁਛ ਨਹੀਂ ਹੈਗਾ। ਯੂਨੀਵਰਸਿਟੀਆਂ ਨੇ ਬੱਚਿਆਂ ਨੂੰ ਕਿਹਾ ਹੈਗਾ ਕਿ ਹਾਂ ਆਏਗਾ, ਕਦੋਂ ਆਏਗਾ ਆਪਾਂ ਹਜੇ ਉਹਦੇ 'ਤੇ ਕੋਈ ਕਮੈਂਟ ਨਹੀਂ ਕਰ ਸਕਦੇ। ਰਹੀ ਗੱਲ ਫਿਊਚਰ ਐਕਸਟੈਂਸ਼ਨ ਦੀ, ਜੇ ਬੱਚਾ ਕੋਈ ਇੱਥੇ 3 ਸਾਲ ਦਾ ਕੋਰਸ ਡਿਗਰੀ ਕਰਨ ਆ ਰਿਹਾ ਹੈਗਾ, ਉਹ ਅੱਗੇ ਮਾਸਟਰ ਡਿਗਰੀ ਵਾਸਤੇ ਜਾ ਸਕਦਾ, ਠੀਕ ਹੈ। ਉਹਦੇ ਵਾਸਤੇ ਉਹ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦਾ। ਜੇ ਉਸ ਤੋਂ ਬਾਅਦ ਪੋਸਟ ਸਟੱਡੀ ਵਰਕ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਜੇ ਉਹ ਇਨ ਪਲੇਸ ਹੁੰਦਾ ਹੈਗਾ ਤੇ ਉਹ ਆਪਣਾ ਕੋਰਸ ਸਕਸੈਸਫੁਲੀ ਕੰਪਲੀਟ ਕਰਦਾ ਆ, ਉਹਦੇ ਕੋਲ ਡਿਗਰੀ ਆਉਂਦੀ ਆ UK ਦੀ, ਤਾਂ ਹੀ ਉਹ ਪੋਸਟ ਸਟੱਡੀ ਵਾਸਤੇ ਐਲੀਜੀਬਲ ਹੁੰਦਾ। ਜੇ ਤੁਸੀਂ ਵਿੱਚ ਵਿਚਾਲੇ ਆਪਣਾ ਕੋਰਸ ਛੱਡ ਦਿੰਦੇ ਆ, ਨਹੀਂ ਪੜ੍ਹਾਈ ਕਰਦੇ, ਤੇ ਤੁਸੀਂ ਉਹਦੇ ਵਾਸਤੇ ਐਲੀਜੀਬਲ ਨਹੀਂ ਹੈਗੇ। ਪਲੱਸ ਤੁਹਾਡਾ ਜਿਹੜਾ ਇੱਥੇ ਰਾਈਟ ਟੂ ਸਟੇ ਵੀ ਹੈਗਾ ਉਹ ਵੀ ਗੌਰਮੈਂਟ ਕੈਂਸਲ ਕਰ ਦਿੰਦੀ ਆ। ਤੇ ਜੇ ਉਹ ਫਿਊਚਰ ਦੇ ਵਿੱਚ ਫਿਰ ਉਹਨਾਂ ਨੂੰ ਤਾਂ ਇਦਾਂ ਲੱਗਦਾ ਵੀ ਸਾਡੇ ਕੋਲ ਤਾਂ ਸਟਿਲ ਵੀਜ਼ਾ ਹੈਗਾ, ਡਜ਼ਨਟ ਮੈਟਰ ਅਸੀਂ ਕਾਲਜ ਜਾਂਦੇ ਆ ਜਾਂ ਨਹੀਂ ਜਾਂਦੇ, ਵੀਜ਼ਾ ਸਾਡਾ ਵੈਲਿਡ ਆ, ਜਦੋਂ ਐਕਸਟੈਂਸ਼ਨ ਦਾ ਟਾਈਮ ਆਉਂਦਾ। ਐਕਸਟੈਂਸ਼ਨ ਦਾ ਨਹੀਂ, ਮੈਂ ਇੱਕ ਸਿੰਪਲ ਦੀ ਤੁਹਾਨੂੰ ਇਹ ਚੀਜ਼ ਦੱਸਦਾ ਹੈਗਾ। ਯੂਨੀਵਰਸਿਟੀਆਂ ਕੀ ਕਰਦੀਆਂ ਹੈਗੀਆਂ ਕਿ ਜੇ ਤੁਸੀਂ ਆਪਣਾ ਕੰਟੀਨਿਊਸ 5 ਦਿਨ ਯੂਨੀਵਰਸਿਟੀ ਨਹੀਂ ਜਾਂਦੇ ਤੇ ਤੁਹਾਡਾ ਉਹ ਜਿਹੜਾ ਕੈਸ਼ ਜਿਹੜਾ ਇਸ਼ੂ ਕੀਤਾ ਹੁੰਦਾ, ਜਿਹਨੇ ਤੁਹਾਨੂੰ ਸਪੋਂਸਰਸ਼ਿਪ ਦਿੱਤੀ ਯੂਨੀਵਰਸਿਟੀ ਨੇ, ਉਹ ਹੋਮ ਆਫਿਸ ਨੂੰ ਲੀਗਲ ਡਿਊਟੀ ਆ, ਉਹਨੇ ਹੋਮ ਆਫਿਸ ਨੂੰ ਕੰਪਲੇਂਟ ਕਰਨੀ ਕਿ ਇਹ ਬੱਚਾ ਮੈਨੂੰ 5 ਦਿਨ ਤੋਂ ਕੰਟੈਕਟ ਨਹੀਂ ਕੀਤਾ, ਠੀਕ ਹੈ ਜੀ। ਉਹ ਹੋਮ ਆਫਿਸ ਕੀ ਕਰਦੀ ਹੈ, ਸਟੇਟ ਵੇ ਤੁਹਾਡੀ ਜਿਹੜੀ ਉਹ ਜਿਹੜਾ ਤੁਹਾਡੀ ਵੈਲਿਡਿਟੀ ਹੁੰਦੀ ਹੈਗੀ ਆ ਵੀਜ਼ਾ ਦੀ, ਜਿਹੜਾ BRP ਕਾਰਡ ਆ, ਉਹ ਇੰਟਰਨਲ ਸਿਸਟਮ 'ਚ ਕੈਂਸਲ ਕਰ ਦਿੰਦੀ ਆ। ਤੁਸੀਂ ਉਹ ਤੁਹਾਡੇ ਕੋਲ ਇੱਕ ਸਿਰਫ ਕਾਰਡ ਰਹਿ ਜਾਂਦਾ ਹੈਗਾ, ਐਕਚੁਅਲ ਦੇ ਵਿੱਚ ਜਿਹੜਾ ਤੁਹਾਡਾ ਬੈਕ ਐਂਡ 'ਤੇ ਹੈਗਾ ਤੁਹਾਡੀ ਓਵਰਸਟੇ ਹੋ ਚੁੱਕੀ ਹੁੰਦੀ ਆ। ਇਨ ਕੇਸ ਕੋਈ ਕਿਤੇ ਇਮੀਗ੍ਰੇਸ਼ਨ ਦੀ ਕੋਈ ਪ੍ਰੋਬਲਮ ਹੁੰਦੀ ਆ, ਤੁਹਾਨੂੰ ਕੋਈ ਰੇਡ ਦੇ ਵਿੱਚ ਤੁਸੀਂ ਫੜੇ ਜਾਂਦੇ ਹੈਗੇ ਆ, ਅਤੇ ਤੁਹਾਨੂੰ ਡਿਟੇਨ ਕਰਕੇ ਉਹ ਰਿਮੂਵ ਕਰ ਸਕਦੇ ਆ UK ਤੋਂ। ਜੇ ਆਪਾਂ ਗੱਲ ਕਰੀਏ ਤਾਂ ਕਿੰਨੀਆਂ ਇਨਟੇਕਸ ਹੁੰਦੀਆਂ ਨੇ ਸਟੂਡੈਂਟ ਵੀਜ਼ਾ? ਯੂਨੀਵਰਸਿਟੀ ਦੀਆਂ ਮੋਸਟਲੀ ਜਿਹੜੀਆਂ ਮੇਜਰ 2 ਇਨਟੇਕ ਹੁੰਦੀਆਂ ਹੈਗੀਆਂ, ਇੱਕ ਸਪਟੰਬਰ ਹੁੰਦੀ ਹੈਗੀ ਆ, ਉਸ ਤੋਂ ਬਾਅਦ ਜਨਵਰੀ ਇਨਟੇਕ ਹੁੰਦੀ ਆ। ਸਪਟੰਬਰ ਇਨਟੇਕ ਮੇਜਰ ਹੁੰਦੀ ਹੈ ਕਿਉਂਕਿ ਉਹਦੇ ਵਾਸਤੇ ਜਿਹੜੇ ਲੋਕਲ ਸਟੂਡੈਂਟ ਆ ਯੂਨੀਵਰਸਿਟੀ ਉਹਨੂੰ ਵੀ ਜ਼ਿਆਦਾ ਫੋਕਸ ਕਰਦੀ ਹੈ। ਜਿੱਦਾਂ ਤੁਹਾਨੂੰ ਹੁਣ ਪਤਾ ਹੀ ਹੋਣਾ ਕਿ ਇੱਥੇ ਲੋਕਲ ਬੱਚਿਆਂ ਦੇ ਵੀ ਰਿਜ਼ਲਟ ਆਏ ਹੈਗੇ ਆ, ਅਤੇ ਯੂਨੀਵਰਸਿਟੀ ਮੇਨਲੀ ਜਿਹੜੀ ਹੈਗੀ ਆ ਸਪਟੰਬਰ ਇਨਟੇਕ ਸਾਰਿਆਂ ਤੋਂ ਮੇਜਰ ਹੁੰਦੀ ਆ, ਅਤੇ ਨਾਲ ਜਨਵਰੀ ਹੁੰਦੀ ਆ। ਉਸ ਤੋਂ ਬਾਅਦ ਸਾਰੀਆਂ ਯੂਨੀਵਰਸਿਟੀਆਂ ਨੇ ਕੁਝ ਸੈਂਡਵਿਚ ਕੋਰਸਿਸ ਸ਼ੁਰੂ ਕੀਤੇ ਆ ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਦੇ ਵੱਖ-ਵੱਖ ਟਾਈਮ ਤੇ ਇਨਰੋਲਮੈਂਟ ਹੁੰਦੀ ਹੈ। ਹੁਣ ਜਿੱਦਾਂ ਕੋਵਿਡ ਕਰਕੇ ਸਾਡਾ ਮਈ ਵਾਲਾ ਇਨਟੇਕ ਕੈਂਸਲ ਹੋ ਗਿਆ, ਸਪਟੰਬਰ ਵਾਲਾ ਨੀਅਰਲੀ ਕੈਂਸਲ ਹੋ ਗਿਆ ਕਿਉਂਕਿ ਕੁਝ ਯੂਨੀਵਰਸਿਟੀਆਂ ਦੇ ਡਿਸਾਈਡ ਨਹੀਂ ਕਰ ਸਕੀਆਂ ਕਿ ਅਸੀਂ ਉਹਨੂੰ ਬੱਚਿਆਂ ਨੂੰ ਇਨ ਕਲਾਸ ਜਿਹੜੀ ਹੈਗੀ ਫੇਸ ਟੂ ਫੇਸ ਟੀਚਿੰਗ ਕਰਾਵਾਂਗੇ ਕਿ ਨਹੀਂ ਕਰਾਵਾਂਗੇ ਜਾਂ ਆਨਲਾਈਨ ਕਰਾਵਾਂਗੇ। ਉਹ ਚੀਜ਼ਾਂ ਹਜੇ ਯੂਨੀਵਰਸਿਟੀ ਨੂੰ ਵੀ ਕਲੀਅਰ ਨਹੀਂ ਹੈਗੀਆਂ, ਅਤੇ ਜ਼ਿਆਦਾਤਰ ਸਾਡੇ ਕੋਲ ਸਪਟੰਬਰ ਹੋ ਗਿਆ, ਜਨਵਰੀ ਹੋ ਗਿਆ, ਉਸ ਤੋਂ ਬਾਅਦ ਮਈ ਵੀ ਹੁੰਦਾ ਹੈਗਾ, ਉਸ ਤੋਂ ਬਾਅਦ ਜੁਲਾਈ ਵੀ ਹੁੰਦਾ ਹੈਗਾ। ਕੁੱਲ ਮਿਲਾ ਕੇ 4 ਤੋਂ 5 ਇਨਟੇਕ ਯੂਨੀਵਰਸਿਟੀਆਂ ਡਿਫਰੈਂਟ ਲੈਵਲ 'ਤੇ ਹੁੰਦੇ ਆ। ਬਟ ਜਿਹੜੇ ਬਾਕੀ ਦੇ ਹੈਗੇ ਆ ਮੇਜਰ ਜਨਵਰੀ ਤੇ ਸਪਟੰਬਰ ਤੋਂ ਇਲਾਵਾ ਜਿਹੜੇ ਬਾਕੀ ਦੇ ਇਨਟੇਕ ਹੁੰਦੇ ਆ ਉਹ ਮੇਜਰ ਨਹੀਂ ਹੁੰਦੇ ਹੈਗੇ। ਉਹ ਕੁਛ ਚੁਣਿੰਦਾ ਕੋਰਸਿਸ ਅਵੇਲੇਬਲ ਹੁੰਦੇ ਆ, ਜਿੱਦਾਂ ਕਿ ਉਹ ਡਿਪੈਂਡ ਕਰਦਾ ਕਿ ਕਿਹੜੀ ਏਰੀਆ ਤੋਂ ਜ਼ਿਆਦਾ ਸਟੂਡੈਂਟ ਆ ਰਿਹਾ ਅਤੇ ਕਿਹੜੀ ਉਹਦੀ ਰਿਕੁਆਇਰਮੈਂਟ ਹੈਗੀ ਆ, ਉਸ ਹਿਸਾਬ ਨਾਲ ਉਹ ਰਨ ਕਰਦੇ ਆ ਯੂਨੀਵਰਸਿਟੀਜ਼। ਕਰੋਨਾ ਵਾਇਰਸ ਕਰਕੇ ਜਿੱਦਾਂ ਸਾਰੀਆਂ ਹੁਣ ਯੂਨੀਵਰਸਿਟੀਜ਼ ਵੀ ਕਲੋਜ਼ ਸੀ, ਸਾਰਾ ਕੁਝ ਕਲੋਜ਼ ਸੀ, ਵੀਜ਼ਾ ਸੈਂਟਰ ਵੀ ਸਾਰੇ ਕਲੋਜ਼ ਸੀ, ਉਹ ਹੁਣ ਬੈਕ ਟੂ ਨੋਰਮਲ ਖੁੱਲ੍ਹ ਚੁੱਕੇ ਆ। ਮੋਸਟਲੀ ਜੇ ਆਪਾਂ UK ਦੀ ਗੱਲ ਕਰੀਏ ਤਾਂ ਸਾਰੀਆਂ ਜਿੰਨੀਆਂ ਯੂਨੀਵਰਸਿਟੀਆਂ ਹੈਗੀਆਂ, ਜਿੰਨੇ ਵੀ ਇਹਨਾਂ ਦੇ ਸੈਂਟਰ ਹੈਗੇ ਇੰਡੀਆ ਦੇ ਵਿੱਚ ਜਾਂ ਬਾਕੀ ਜਿਹੜੀਆਂ ਆਪਾਂ ਸਿੰਗਾਪੁਰ ਲੈ ਲਈਏ, ਨੇਪਾਲ ਲੈ ਲਈਏ, ਬੰਗਲਾਦੇਸ਼ ਲੈ ਲਈਏ, ਸ਼੍ਰੀਲੰਕਾ ਲੈ ਲਈਏ, ਹੋਰ ਤੁਹਾਡੇ ਮਿਡਲ ਈਸਟ ਦੇ ਹੈਗੇ, ਮੋਸਟਲੀ ਸਾਰੇ ਆਪਰੇਸ਼ਨਲ ਆ ਗਏ ਆ। ਨੈਕਸਟ ਡੇ ਦੀ ਇੰਟਰਵਿਊ ਤੁਹਾਡੀ ਡੇਟ ਜਿਹੜੀ ਹੈਗੀ ਅਪਾਇੰਟਮੈਂਟ ਦੀ ਮਿਲ ਰਹੀ ਹੈਗੀ ਆ, ਅਤੇ ਵੀਜ਼ਾਸ ਵੀ 4-5 ਦਿਨ ਦੇ ਵਿੱਚ ਲੋਕ ਬੱਚਿਆਂ ਦੇ ਆ ਰਹੇ ਆ, ਈਵਨ ਬੱਚੇ ਟਰੈਵਲ ਵੀ ਕਰ ਰਹੇ ਆ। ਬਟ ਉਹੀ ਕੁਆਰੰਟਾਈਨ ਜਿਹੜਾ ਰੂਲ ਹੈਗਾ ਸਟਿਲ ਇਨ ਪਲੇਸ ਹੈਗਾ ਉੱਥੇ, ਕਿ ਬੱਚਾ ਜੇ ਉੱਥੇ ਬਾਰਡਰ ਕਲੀਅਰ ਕਰਦਾ ਉਹਨੂੰ ਆਪਣਾ ਦੱਸਣਾ ਪੈਂਦਾ ਕਿ ਉਹਨੇ ਕਿੱਥੇ ਸਟੇ ਕਰਨੀ ਹੈ, ਅਤੇ 14 ਦਿਨ ਤੱਕ ਉਹਨੂੰ ਕੁਆਰੰਟਾਈਨ 'ਚ ਰਹਿਣਾ ਪੈਣਾ ਆ। ਅੱਛਾ ਜੀ, ਇੱਕ ਚੀਜ਼ ਹੋਰ, ਜੇ ਅੱਜ ਕੱਲ੍ਹ ਬੜਾ ਰੌਲਾ ਪੈ ਰਿਹਾ ਇੰਡੀਆ ਦੇ ਵਿੱਚ ਆਈਲੈਟਸ ਤੇ ਵਿਦਆਊਟ ਆਈਲੈਟਸ, ਉਸ ਬਾਰੇ ਸਾਨੂੰ ਦੱਸੋ। ਭਾਜੀ ਆਈਲੈਟਸ ਅਤੇ ਵਿਦਆਊਟ ਆਈਲੈਟਸ ਐਕਚੁਅਲੀ ਕੋਈ ਉਹਦੇ 'ਚ ਮੇਨ ਡਿਫਰੈਂਸ ਨਹੀਂ ਹੈਗਾ। ਜੇ ਆਪਾਂ ਸ਼ੁਰੂ ਕਰੀਏ ਗੱਲ ਕਿ ਸਾਰੀਆਂ ਯੂਨੀਵਰਸਿਟੀਆਂ ਨੂੰ ਵਾਕਿਆ ਆਈਲੈਟਸ ਚਾਹੀਦੀ ਆ, ਜੋ ਯੂਨੀਵਰਸਿਟੀਆਂ ਦੀ ਰਿਕੁਆਇਰਮੈਂਟ ਆ, ਜੋ ਇੱਥੇ ਦੀ UK ਗੌਰਮੈਂਟ ਦੀ ਰਿਕੁਆਇਰਮੈਂਟ ਆ, ਉਹ ਕਹਿੰਦੇ ਆ ਕਿ ਜੇ ਬੱਚੇ ਨੇ ਇੱਥੇ ਪੜ੍ਹਨਾ ਆਉਣਾ, ਜੈਨੂਅਲੀ ਪੜ੍ਹਨਾ ਚਾਹੁੰਦੇ ਹੈਗੇ ਆ, ਉਹਨੇ ਇੱਕ ਐਗਜ਼ਾਮ ਹੈਗਾ ਆਈਲੈਟਸ ਜਿਹਨੂੰ ਬੋਲਦੇ ਹੈਗੇ ਆ, ਉਹ ਕਲੀਅਰ ਕਰਕੇ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਕਿ ਉਸ ਲੈਵਲ ਦਾ ਹੈਗਾ ਕਿ ਇਸ
ਇਸ ਕੰਟਰੀ ਦੀ ਜਿਹੜੀ ਐਜੂਕੇਸ਼ਨ ਸਿਸਟਮ ਨੂੰ ਮੀਟ ਕਰ ਸਕਦਾ ਕਿ ਨਹੀਂ ਕਰ ਸਕਦਾ। ਠੀਕ ਹੈ, ਹੁਣ ਉਹਦੇ ਵਿੱਚ ਕਈ ਚੀਜ਼ਾਂ ਦੀ ਕੋਈ ਯੂਨੀਵਰਸਿਟੀ ਐਗਜ਼ਾਮਸ਼ਨ ਦਿੰਦੀ ਆ। ਐਗਜ਼ਾਮਸ਼ਨ ਹੈਗੀ ਆ ਕਿ ਇੱਕ ਤਾਂ ਹੋ ਗਈ ਕਿ ਜੇ ਤੁਹਾਡੇ ਕੋਲ ਆਇਲਟਸ ਹੈਗੀ ਆ, ਉਹਦੇ ਹਰ ਇੱਕ ਕੋਰਸ ਦੇ ਰਿਗਾਰਡਿੰਗ ਉਹਦਾ ਮਿਨੀਮਮ ਕ੍ਰਾਈਟੇਰੀਆ ਹੈਗਾ ਕਿ ਜੇ ਮੰਨ ਲਓ ਤੁਸੀਂ ਅੰਡਰ ਗ੍ਰੈਜੂਏਟ ਤੇ ਆਉਣਾ ਹੈਗਾ, ਇੱਕ ਯੂਕੇ ਦੀ ਆਇਲਟਸ ਖੁਦ ਦੀ ਹੁੰਦੀ ਹੈ ਕਿ ਯੂਕੇ ਗਵਰਨਮੈਂਟ ਨੇ ਆਪਣੀ ਯੂਕੇ VI ਆਇਲਟਸ ਬੋਲਦੇ ਆ। ਜ਼ਿਆਦਾਤਰ ਯੂਨੀਵਰਸਿਟੀਆਂ ਉਹ ਚਾਹੁੰਦੀਆਂ ਹੈਗੀ ਕਿ ਬੱਚਾ ਇੰਡੀਆ ਤੋਂ ਆਵੇ ਜਾਂ ਕਿਸੇ ਵੀ ਕੰਟਰੀ ਤੋਂ ਆਵੇ, ਚਾਹੇ ਮਿਡਲ ਈਸਟ ਤੋਂ ਆਵੇ, ਚਾਹੇ ਕਿਤੇ ਵੀ ਆਵੇ, ਉਹ ਆਇਲਟਸ ਕਰਕੇ ਆਵੇ ਤੇ ਯੂਕੇ ਦੀ ਜੇ ਪੜ੍ਹਾਈ ਕਰਨ ਆਉਣਾ ਉਹਨੇ। ਠੀਕ ਹੈ, ਜੇ ਉਹਦੇ ਕੋਲ ਉਹ ਨਹੀਂ ਹੈਗੀ ਤੇ ਮੰਨ ਲਓ ਉਹਦਾ ਸਕੋਰ ਉਹ ਨਹੀਂ ਆਇਆ ਜੋ ਉਹਦੀ ਰਿਕੁਆਇਰਮੈਂਟ ਹੈਗੀ, ਫਿਰ ਯੂਨੀਵਰਸਿਟੀ ਕਈ ਐਗਜ਼ਾਮਸ਼ਨ ਦਿੰਦੀ ਹੈ ਕਿ ਜੇ ਬੱਚੇ ਦੇ +2 ਦੇ ਵਿੱਚੋਂ ਜਿਹੜੇ ਹੈਗੇ ਇੰਗਲਿਸ਼ ਤੋਂ ਮਾਰਕਸ 65% ਉੱਤੇ ਆ ਜਾਂ 70% ਉੱਤੇ ਆ ਗਿਆ, ਫਿਰ ਸਾਨੂੰ ਆਇਲਟਸ ਦੀ ਲੋੜ ਨਹੀਂ ਹੈਗੀ। ਜਾਂ ਜੇ ਕੋਈ ਗ੍ਰੈਜੂਏਟ ਕਰ ਰਿਹਾ ਬੱਚਾ, ਉਹਨੇ ਜਿਹੜਾ ਆਪਣਾ ਕੋਰਸ ਹੈਗਾ ਇੰਜੀਨੀਅਰਿੰਗ ਲਾਈਨ 'ਚ ਜਾਂ ਕਿਸੇ ਇੰਗਲਿਸ਼ ਮੀਡੀਅਮ ਦੀ ਲਾਈਨ, ਜਿੱਦਾਂ ਕਹਿ ਲਓ ਕਿ BCA ਕੀਤੀ ਜਾਂ ਕੰਪਿਊਟਰਸ ਕੀਤਾ ਜਾਂ ਬਿਜ਼ਨਸ ਨਾਲ ਰਿਲੇਟਡ ਕੋਈ ਕੋਰਸ ਕੀਤਾ ਹੋਇਆ ਆਲਰੇਡੀ, ਤੇ ਉਹ ਇੰਗਲਿਸ਼ ਮੀਡੀਅਮ 'ਚ ਟੌਟ ਕੀਤਾ ਹੋਇਆ, ਉਹਦੀ ਜਿਹੜਾ ਮੀਡੀਅਮ ਆਫ ਇੰਸਟਰਕਸ਼ਨ ਬੋਲਦੇ ਹਾਂ ਆਪਾਂ, ਇੰਗਲਿਸ਼ ਮੀਡੀਅਮ ਹੈਗਾ, ਦੈਨ ਉਸ ਕੇਸ ਦੇ ਵਿੱਚ ਯੂਨੀਵਰਸਿਟੀ ਇੱਕ ਆਪਣਾ ਇੰਟਰਨਲ ਇੰਟਰਵਿਊ ਲੈ ਕੇ ਆਇਲਟਸ ਦੀ ਕੰਡੀਸ਼ਨ ਨੂੰ ਵੇਵ ਆਫ ਕਰ ਸਕਦੀ ਆ। ਬਟ ਫਿਰ ਮੈਂ ਉਹੀ ਚੀਜ਼ ਫਿਰ ਦੁਹਰਾਊਂਗਾ, ਇਹ ਕੋਈ ਮਿਥ ਨਹੀਂ ਹੈਗਾ ਕਿ ਯੂਕੇ ਨੇ ਹੁਣ ਆਇਲਟਸ ਤੋਂ ਬਗੈਰ ਵੀਜ਼ੇ ਓਪਨ ਕਰਤੇ ਆ। ਅਸੀਂ ਜਦ ਦੇ ਇਹ ਕੰਮ ਦੇ ਵਿੱਚ ਹੈਗੇ ਆ ਤਦ ਦਾ ਹੀ ਇਹ ਚੀਜ਼ਾਂ ਸ਼ੁਰੂ ਤੋਂ ਹੀ ਹੈਗੀਆਂ। ਬਟ ਇਹ ਹੈਗਾ ਕਿ ਕਈ ਵੇਲੇ ਯੂਨੀਵਰਸਿਟੀ ਥੋੜ੍ਹੀ ਜਿਹੜੀ ਆ ਯੂਕੇ ਦੀ ਗੌਰਮੈਂਟ ਹੈਗੀ ਆ, ਥੋੜ੍ਹੀ ਟਾਈਟ ਕੁਐਸਚਨਿੰਗ ਕਰਦੀ ਆ, ਇੰਟਰਵਿਊ ਲੈਂਦੀ ਆ। ਜੇ ਮੇਰੀ ਤੁਸੀਂ ਗੱਲ ਕਰੋ, ਜਿੱਦਾਂ ਹੁਣ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ 1 ਸਾਲ 1.5 ਸਾਲ ਤੋਂ ਹੋਇਆ ਸ਼ੁਰੂ ਕਿ ਯੂਕੇ ਖੁੱਲ੍ਹ ਗਿਆ। ਜ਼ਿਆਦਾਤਰ ਪੰਜਾਬੀ ਅਖਬਾਰਾਂ 'ਚ ਆਪਾਂ ਇਹ ਦੇਖਦੇ ਜਾਂ ਨਿਊਜ਼ ਚੈਨਲ 'ਚ ਦੇਖਦੇ ਹਾਂ, ਤੁਹਾਨੂੰ ਜ਼ਿਆਦਾ ਪਤਾ ਕਿ ਯੂਕੇ ਖੁੱਲ੍ਹ ਗਿਆ। ਯੂਕੇ ਕਦੀ ਵੀ ਬੰਦ ਨਹੀਂ ਹੋਇਆ, ਯੂਕੇ ਆਲਵੇਜ਼ ਓਪਨ ਹੈਗਾ। ਜਿਹੜੇ ਬੱਚੇ ਪੜ੍ਹਨ ਵਾਲੇ ਹੈਗੇ ਆ ਦੇ ਆਲਵੇਜ਼ ਵੈਲਕਮਿੰਗ। ਠੀਕ ਹੈ ਜੀ, ਉਹਦੇ ਵਾਸਤੇ ਉਹ ਕਦੀ ਵੀ ਰਸਤੇ ਬੰਦ ਨਹੀਂ ਹੋਏ। ਬਸ ਉਹ ਹੈ ਕਿ ਤੁਸੀਂ ਉਹਦੀ ਜੋ ਮਿਨੀਮਮ ਰਿਕੁਆਇਰਮੈਂਟ ਹੈਗੀ ਆ ਉਹਨੂੰ ਮੀਟ ਕਰ ਰਹੇ ਹੋ। ਜੇ ਉਹਦੀ ਕੋਈ ਕੁਐਸਚਨਿੰਗ ਹੈਗੀ ਹੈ, ਜੇ ਤੁਹਾਨੂੰ ਐਮਬੈਸੀ ਨੇ ਕੋਈ ਇੰਟਰਵਿਊ ਵਾਸਤੇ ਸੱਦਿਆ, ਤੁਸੀਂ ਪ੍ਰਿਪੇਅਰ ਹੋ, ਤੁਹਾਨੂੰ ਜੋ ਕੁਐਸਚਨ ਪੁੱਛ ਰਹੇ ਤੁਸੀਂ ਆਨਸਰ ਦੇ ਸਕਦੇ ਹੋ। ਤੁਸੀਂ ਕੋਈ ਪੈਕੇਜ ਨਹੀਂ ਦੇ ਰਹੇ, ਤੁਸੀਂ ਵੀ ਪੈਕੇਜ 16 ਲੱਖ ਦੇ ਦਿਓ ਜੀ, 24 ਲੱਖ ਦੇ ਦਿਓ, ਕਿੰਨਾ ਰੌਲਾ ਪੈ ਰਿਹਾ ਉੱਥੇ। ਤੁਸੀਂ ਵੀ ਕੋਈ ਪੈਕੇਜ ਦੇ ਰਹੇ ਸਟੂਡੈਂਟਸ ਨੂੰ? ਮੈਂ ਆਪਣੇ ਜਿੱਦਾਂ ਕਹਿ ਲਓ ਕਿ ਆਪਣੀ ਟੀਮ ਨਾਲ ਵੀ ਡਿਸਕਸ ਕੀਤਾ ਕਿ ਯਾਰ ਅਸੀਂ ਤਾਂ ਫਿਰ ਮਾਰਕੀਟ ਤੋਂ ਆਊਟ ਹੀ ਹੋ ਜਾਵਾਂਗੇ ਇਸ ਤਰ੍ਹਾਂ। ਬਟ ਟੱਚਵੁੱਡ ਮੈਂ ਪਰਮਾਤਮਾ ਦੀ ਮਿਹਰ ਕਹੂੰਗਾ, ਸਾਡੇ ਕੋਲ ਕੰਮ ਦੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਜਿਹੜੇ ਆ ਤੁਹਾਡੇ ਪੈਕੇਜ ਵਾਲੇ ਵੀ ਬੰਦੇ ਹੈਗੇ ਆ, ਬੈਕ ਐਂਡ 'ਤੇ ਕਿਸੇ ਦਾ ਵੀ ਯੂਨੀਵਰਸਿਟੀ ਨਾਲ ਡਾਇਰੈਕਟ ਟਾਈ ਅਪ ਨਹੀਂ ਹੈਗਾ, ਕਿਉਂਕਿ ਟਾਈ ਅਪ ਵਾਸਤੇ ਇੱਕ ਤੁਹਾਡਾ ਪ੍ਰੋਫੈਸ਼ਨਲਿਜ਼ਮ ਹੋਣਾ ਚਾਹੀਦਾ, ਤੁਹਾਡਾ ਸਟੈਂਡਰਡ ਹੋਣਾ ਚਾਹੀਦਾ, ਤੁਹਾਡਾ ਇੱਕ ਜਿਹੜਾ ਬੱਚਿਆਂ ਦਾ ਡਰੋਪ ਆਊਟ ਰੇਸ਼ੋ ਹੈਗਾ ਉਹ ਮਿਨੀਮਮ ਹੋਣਾ ਚਾਹੀਦਾ। ਮਿਨੀਮਮ ਮੀਨਸ ਕਿ ਜੇ ਤੁਸੀਂ 500 ਬੱਚਾ ਇਨਰੋਲ ਕੀਤਾ ਜੇ ਯੂਨੀਵਰਸਿਟੀ 'ਚੋਂ, ਉਹਦੇ 'ਚੋਂ 5 ਤੋਂ ਜ਼ਿਆਦਾ ਬੱਚੇ ਡਰੋਪ ਆਊਟ ਨਹੀਂ ਹੋਣੇ ਚਾਹੀਦੇ। ਜੇ ਉਹ ਡਰੋਪ ਆਊਟ ਹੋ ਗਏ, ਤੁਹਾਡਾ ਯੂਨੀਵਰਸਿਟੀ ਨੇ ਕੰਟਰੈਕਟ ਕੈਂਸਲ ਕਰ ਦੇਣਾ। ਠੀਕ ਹੈ, ਉਹ ਮੈਂ ਪੈਕੇਜ ਨਹੀਂ ਸੀਗਾ ਅੱਜ ਤੱਕ ਸਾਡਾ। ਜੇ ਅਸੀਂ ਮੈਂ ਕਰਾਂ, ਆਪਾਂ ਇਸ ਕੰਮ ਦੇ ਵਿੱਚ 2010-11 ਤੋਂ ਅਸੀਂ ਇਹ ਕੰਮ ਦੇ ਵਿੱਚ ਹੈਗੇ ਆ। ਅਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਦੀ ਵੀ ਕੋਈ ਪੈਸੇ ਤੋਂ ਚਾਰਜ ਨਹੀਂ ਕੀਤਾ, ਕਿਸੇ ਵੀ ਸਟੂਡੈਂਟ ਤੋਂ ਕੋਈ ਐਕਸਟਰਾ ਚਾਰਜ ਨਹੀਂ ਕੀਤਾ। ਸਿਰਫ ਯੂਨੀਵਰਸਿਟੀ ਦਾ ਬੱਚਾ ਸਾਡੇ ਕੋਲ ਆਇਆ, ਡਾਕੂਮੈਂਟ ਸੈਂਡ ਕੀਤੇ, ਅਸੀਂ ਯੂਨੀਵਰਸਿਟੀ ਨੂੰ ਜਿਹੜੀ ਯੂਨੀਵਰਸਿਟੀ ਦੀ ਫੀਸ ਹੈਗੀ ਆ, ਸਿਰਫ ਬੱਚੇ ਨੂੰ ਉਹ ਕਿਹਾ ਕਿ ਯੂਨੀਵਰਸਿਟੀ ਦੀ ਫੀਸ ਆਪਣੀ ਪੇ ਕਰ ਦੇ, ਆਹ ਯੂਨੀਵਰਸਿਟੀ ਦੀ ਫੀਸ ਹੈਗੀ ਆ, ਆਹ ਕ੍ਰਾਈਟੇਰੀਆ ਹੈਗਾ, ਤੇ ਉਹ ਸਿਰਫ ਯੂਨੀਵਰਸਿਟੀ ਦੀ ਫੀਸ ਪੇ ਕਰਦਾ ਸੀਗਾ, ਸਾਡਾ ਕੋਈ ਚਾਰਜ ਨਹੀਂ ਹੁੰਦਾ ਸੀ। ਅਸੀਂ ਉਹਨੂੰ ਸਾਰਾ ਪੇਪਰ ਵਰਕ ਜੋ ਵੀ ਕੋਈ ਹੈਗਾ, ਕਿਉਂਕਿ ਸਾਡੀ ਖੁਦ ਦੀ ਫਰਮ ਹੈਗੀ ਆ ਇਮੀਗ੍ਰੇਸ਼ਨ ਦੀ, ਇੱਥੇ ਗੌਰਮੈਂਟ ਤੋਂ ਮਨਜ਼ੂਰਸ਼ੁਦਾ ਫਰਮ ਹੈਗੀ ਆ, ਅਸੀਂ ਉਹਦੇ ਥਰੂ ਸਾਰਾ ਕੁਝ ਕਰਦੇ ਸੀਗੇ। ਕਦੀ ਪੈਸਾ ਬੱਚੇ ਤੋਂ ਚਾਰਜ ਹੀ ਨਹੀਂ ਕੀਤਾ ਸੀਗਾ, ਸਿਰਫ ਯੂਨੀਵਰਸਿਟੀ ਦੀ ਫੀਸ ਦਿੰਦਾ ਸੀਗਾ। ਈਵਨ ਇੱਥੇ ਆਉਣ ਤੋਂ ਬਾਅਦ ਵੀ ਜੇ ਉਹਨੂੰ ਕੋਈ ਸਮੱਸਿਆ ਆਉਂਦੀ ਸੀ, ਜਾਂ ਹੁਣ ਵੀ ਹੈਗਾ, ਜੇ ਕੋਈ ਬੱਚਾ ਇੱਥੇ ਆਇਆ ਉਹਨੂੰ ਕੋਈ ਸਮੱਸਿਆ ਹੈਗੀ, ਉਹ ਮੇਰੇ ਕੋਲ ਆਫਿਸ ਆ ਸਕਦਾ। ਮੈਂ ਲੰਦਨ ਦੇ ਵਿੱਚ ਡੇਲੀ ਬੈਠਦਾਗਾ, ਹੇਸ 'ਚ ਮੇਰਾ ਆਫਿਸ ਹੈਗਾ, ਮੋਹਾਲੀ 'ਚ ਮੇਰਾ ਆਫਿਸ ਹੈਗਾ। ਕਿਸੇ ਨੂੰ ਵੀ ਕੋਈ ਸਮੱਸਿਆ ਹੈਗੀ ਆ, ਕੋਈ ਵੀ ਪ੍ਰੋਬਲਮ ਹੈਗੀ, ਚਾਹੇ ਉਹ ਸਾਡੇ ਥਰੂ ਆਇਆ ਚਾਹੇ ਨਹੀਂ ਆਇਆ, ਫਿਰ ਵੀ ਸਾਡਾ ਪੰਜਾਬੀ ਭਰਾ ਆ, ਠੀਕ ਹੈ, ਉਹ ਸਾਡੇ ਨਾਲ ਆ ਕੇ ਕੰਸਲਟ ਕਰ ਸਕਦਾ। ਫਿਰ ਅਸੀਂ ਫ੍ਰੀ ਤੋਂ ਬਾਅਦ ਜ਼ਿਆਦਾਤਰ ਦੇਖਿਆ ਕਿ ਲੋਕੀ ਜਿੱਦਾਂ ਉੱਥੇ ਲਿਕਰਸ ਆਫਰ ਦਿੰਦੇ ਆ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੁਹਾਨੂੰ ਕੋਈ ਦੇਣ ਦੀ ਲੋੜ ਨਹੀਂ ਆ, ਜਾਂ ਅਸੀਂ ਸਾਰਾ ਕੁਝ ਦੇਵਾਂਗੇ। ਸਾਡੇ ਕੋਲ ਬੱਚਾ ਆਉਂਦਾ ਸੀਗਾ, ਅਸੀਂ ਸਾਰਾ ਕੁਝ ਆਫਰ ਲੈਟਰ ਇਸ਼ੂ ਕਰਾਤਾ, ਅਗਲੀ ਸਟੇਜ 'ਚ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਵਾਤੀ, ਜਾਂ ਅਗਲੀ ਸਟੇਜ 'ਚ ਚਲੇ ਗਏ। ਉਹ ਕਿਸੇ ਨਾ ਕਿਸੇ ਸਟੇਜ 'ਤੇ ਜਾ ਕੇ ਬੈਕਅਪ ਹੋ ਜਾਂਦਾ ਸੀਗਾ, ਸਾਨੂੰ ਪਤਾ ਨਹੀਂ ਲੱਗਦਾ ਸੀਗਾ ਕਿ ਹੋਇਆ ਕੀ ਆ, ਬੱਚਾ ਕੰਟੈਕਟ 'ਚ ਸਾਡੇ ਮਿਸਿੰਗ ਹੋ ਗਿਆ। ਫਿਰ ਅਸੀਂ ਇੱਕ ਮਿਨੀਮਮ ਜੇ ਫੀਸ ਰੱਖੀ ਕਿ ਅਸੀਂ 10,000 ਰੁਪਈਆ ਬੱਚੇ ਤੋਂ ਲਵਾਂਗੇ, ਤਾਂ ਕਿ ਉਹਨੂੰ ਇੱਕ ਹੋਵੇ ਕਿ ਹਾਂ ਮੈਂ ਇਹਨੂੰ ਕੋਈ ਪੈਸੇ ਦਿੱਤੇ ਹੋਇਆ ਤੇ ਸਾਡੇ ਨਾਲ ਟਰਸਟ ਦੇ ਵਿੱਚ ਰਵੇ ਤੇ ਸਾਡੇ ਨਾਲ ਅੱਗੇ ਕੰਟੀਨਿਊ ਕਰੇ। ਅੱਛਾ ਦਵਿੰਦਰ ਜੀ, ਇੱਕ ਇਨਫੋਰਮੇਸ਼ਨ ਤੁਹਾਡੇ ਤੋਂ ਮੈਂ ਹੋਰ ਲੈਣੀ ਚਾਹ ਰਿਹਾ, ਸਪੈਸ਼ਲੀ ਸਟੂਡੈਂਟਸ ਦੇ ਰਿਗਾਰਡਿੰਗ। ਜਿੱਦਾਂ ਤੁਸੀਂ ਦੱਸ ਰਹੇ ਵੀ ਉੱਥੇ
ਪੈਕੇਜ ਦਿੰਦੇ ਏਜੰਟ, ਉੱਥੇ ਤਾਂ ਜਿਹੜੇ ਬੱਚੇ ਰਿਪ ਆਫ ਹੁੰਦੇ ਹੀ ਆ, ਤੇ ਉਹ ਕਹਿ ਦਿੰਦੇ ਵੀ ਉੱਥੇ ਤੁਹਾਨੂੰ ਸਾਡਾ ਬੰਦਾ ਮਿਲੂਗਾ, ਉਹ ਤੁਹਾਨੂੰ 700 ਪਾਉਂਡ ਐਕਸਟਰਾ ਲਊਗਾ, ਉਹ ਤੁਹਾਡੇ ਲਈ ਨੈਸ਼ਨਲ ਇੰਸ਼ੋਰੈਂਸ ਅਪਲਾਈ ਕਰੂਗਾ, ਤੁਹਾਡੇ ਲਈ ਪ੍ਰੋਵੀਜ਼ਨਲ ਲਾਇਸੈਂਸ ਅਪਲਾਈ ਕਰੂਗਾ। ਤੁਸੀਂ ਸਟੂਡੈਂਟਸ ਨੂੰ ਉਸ ਚੀਜ਼ ਬਾਰੇ ਜ਼ਰੂਰ ਦੱਸੋ ਪਲੀਜ਼। ਦੇਖੋ, ਮੈਂ ਇੱਕ ਸਿੰਪਲ ਜੀ ਤੁਹਾਨੂੰ ਮੈਂ ਇੱਕ ਵੈਸੇ ਫਨੀ ਇੱਕ ਚੀਜ਼ ਪਹਿਲਾਂ ਐਡ ਆਨ ਕਰਦਾ ਇਹਦੇ ਵਿੱਚ। ਜਿੱਦਾਂ ਕਹਿੰਦੇ ਕਿ ਉੱਥੇ ਪੈਕੇਜ ਲੈਂਦੇ ਆ ਨਾ ਬੱਚੇ, ਜਿੱਦਾਂ ਏਜੰਟ ਤਾਂ ਸਮਾਰਟ ਹੈਗੇ ਹੀ ਆ ਪੰਜਾਬ ਦੇ, ਜਿਹੜੇ ਬੱਚੇ ਆ ਉਹ ਤੋਂ ਵੀ ਜ਼ਿਆਦਾ ਸਮਾਰਟ ਹੈਗੇ ਆ। ਮੇਰੇ ਕੋਲ ਰੀਸੈਂਟ ਦੇ ਦਿਨਾਂ ਦੇ ਵਿੱਚ ਇੱਕ ਬੱਚਾ ਮੇਰੇ ਕੋਲ ਆਇਆ ਉੱਥੋਂ, ਤੇ ਉਹ ਆਇਆ ਮੇਰੇ ਕੋਲ, ਤੇ ਉਹਨੇ ਆ ਕੇ ਮੈਨੂੰ ਕਿਹਾ ਕਿ ਭਾਜੀ ਮੈਂ ਇੱਦਾਂ ਦਾ ਕਰਕੇ ਫਲਾਨੀ ਯੂਨੀਵਰਸਿਟੀ 'ਚ ਆਇਆ, ਤੇ ਮੈਂ ਉੱਦਾਂ ਹੀ ਗੱਲ ਹੋ ਰਹੀ ਹੈਗੀ ਆ, ਕੋਈ ਗੱਲਬਾਤ ਤੇ ਰਿਗਾਰਡਿੰਗ ਗੱਲ ਹੋ ਰਹੀ ਹੈਗੀ ਸੀਗੀ, ਤੇ ਉਹ ਮੈਨੂੰ ਕਹਿ ਰਿਹਾ ਹੈਗਾ ਕਿ ਮੈਂ ਪੈਕੇਜ ਮੇਰੇ ਨਾਲ ਕਿਸੇ ਏਜੰਟ ਨੇ ਕੀਤਾ, ਸਾਰਾ ਕੁਝ ਹੋ ਗਿਆ, ਤੇ ਯੂਨੀਵਰਸਿਟੀ ਦੀ ਫੀਸ ਉਹਨੇ ਅੱਧੀ ਦਿੱਤੀ, ਤੇ ਸਾਡਾ 16 ਲੱਖ ਦਾ ਕੰਟਰੈਕਟ ਹੋਇਆ। ਮੈਂ ਕਿਹਾ ਯਾਰ ਠੀਕ ਆ, ਗੁੱਡ ਆ। ਤੇ ਕਹਿੰਦਾ ਭਾਜੀ ਤੁਸੀਂ ਦੱਸੋ ਮੈਨੂੰ ਕਿ ਮੈਂ ਤੁਹਾਨੂੰ ਲੱਗਦਾ ਕਿ ਕਿੰਨੇ ਪੈਸੇ ਦੇ ਕੇ ਆਊਂਗਾ। ਮੈਂ ਕਿਹਾ ਜੇ ਤੇਰਾ 16 ਲੱਖ ਦਾ ਕੰਟਰੈਕਟ ਹੋਇਆ ਤੂੰ 16 ਲੱਖ ਹੀ ਦਿੱਤਾ ਹੋਊਗਾ, ਨੈਚੁਰਲੀ ਹੈ ਨਾ। ਉਹ ਕਹਿੰਦਾ ਭਾਜੀ ਮੈਂ ਕੋਈ ਪੈਸਾ ਵੀ ਨਹੀਂ ਦਿੱਤਾ। ਮੈਂ ਹੈਰਾਨ, ਮੈਂ ਕਿਹਾ ਯਾਰ ਉੱਦਾਂ ਹੀ ਮਜ਼ਾਕ ਕਰ ਰਿਹਾ ਹੋਣਾ ਹੈ। ਫਿਰ ਉਹਨੇ ਮੈਨੂੰ ਦੱਸਿਆ ਇੱਕ ਤਰੀਕਾ, ਕਹਿੰਦਾ ਭਾਜੀ ਮੇਰਾ ਵੀਜ਼ਾ ਆ ਗਿਆ, ਏਜੰਟ ਨੇ ਮੈਨੂੰ ਕਾਲ ਕੀਤੀ ਕਿ ਤੇਰਾ ਵੀਜ਼ਾ ਆ ਗਿਆ, ਹਾਂਜੀ, ਤੇ ਪੈਸੇ ਲੈ ਕੇ ਮੇਰੇ ਆਫਿਸ 'ਚ ਆ ਜਾ ਤੇ ਆਪਣਾ ਪਾਸਪੋਰਟ ਲੈ ਜਾ, ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਏਜੰਟ ਕੋਲ ਇੱਕ ਰਾਈਟ ਹੁੰਦਾ ਕਿ ਉਹ ਤੁਹਾਡਾ ਪਾਸਪੋਰਟ ਕੀਪ ਕਰ ਸਕਦਾ, ਕਿਉਂਕਿ ਉਹਨੇ ਅਥਾਰਟੀ ਸਾਈਨ ਕੀਤੀ ਹੁੰਦੀ ਤੁਹਾਡੇ ਤੋਂ ਕਿ ਪਾਸਪੋਰਟ ਉਹ ਜਿਹੜਾ ਉੱਥੇ ਦਾ VFS ਸੈਂਟਰ ਆ ਉਹ ਤੁਹਾਡੇ ਤੋਂ ਉੱਥੋਂ ਲੈ ਸਕਦਾ ਹੈਗਾ ਤੁਹਾਡੇ ਬਿਹਾਫ 'ਤੇ। ਪਾਸਪੋਰਟ ਲੈ ਲਿਆ ਉਹਨੇ ਕੀ ਕੀਤਾ, ਬੱਚੇ ਨੇ ਬੜਾ ਸਮਾਰਟ ਸੀਗਾ, ਆਪਣੇ ਪਾਸਪੋਰਟ ਦੀ ਲਾਸ ਦੀ ਕੰਪਲੇਂਟ ਕੀਤੀ, 5 ਦਿਨਾਂ 'ਚ ਨਵਾਂ ਪਾਸਪੋਰਟ ਬਣ ਗਿਆ। ਹਾਂਜੀ, ਜਿਹੜਾ ਹੋਮ ਆਫਿਸ ਹੈਗਾ VFS ਸੈਂਟਰ ਨੂੰ ਕਿਹਾ ਕਿ ਮੇਰਾ ਪਾਸਪੋਰਟ ਗੁਆਚ ਗਿਆ। ਉਹ ਕਹਿੰਦੇ ਠੀਕ ਆ, ਤੇਰੇ ਕੋਲ ਗੁਆਚ ਗਿਆ, ਤੇਰੇ ਕੋਲ ਡਿਟੇਲਾਂ ਹੈਗੀਆਂ, ਆਪਣਾ ਨਾਮ ਡੇਟ ਆਫ ਬਰਥ ਦੇ, ਅਸੀਂ ਤੇਰਾ ਨਵਾਂ ਵੀਜ਼ਾ ਸਟੈਂਪ ਕਰ ਦਿੰਦੇ ਹਾਂ। ਉਹ ਬੱਚੇ ਨੇ VFS 'ਚ ਆਪਣਾ ਪਾਸਪੋਰਟ ਦਿੱਤਾ, ਤੇ ਉੱਥੇ ਉਹਨਾਂ ਦਾ 5 ਦਿਨਾਂ 'ਚ ਵੀਜ਼ਾ ਸਟੈਂਪ ਹੋ ਕੇ ਨਵਾਂ ਆ ਗਿਆ। ਏਜੰਟ ਕਾਲ ਕਰ ਰਿਹਾ, ਬੱਚਾ ਇੱਥੇ ਪਹੁੰਚ ਗਿਆ। ਯੂਨੀਵਰਸਿਟੀ ਦੀ ਅੱਧੀ ਫੀਸ ਦਿੱਤੀ ਹੋਈ, ਅੱਧੀ ਫੀਸ ਆ ਕੇ ਦਿੱਤੀ, ਤੇ ਉਹ ਆਪਣਾ ਕੰਟੀਨਿਊ ਕਰ ਰਿਹਾ। ਤੇ ਮੈਂ ਸੁਣ ਕੇ ਪਰੇਸ਼ਾਨ ਹੋ ਗਿਆ ਕਿ ਯਾਰ ਵਾਕਈ ਬੱਚੇ ਜੇ ਏਜੰਟ ਤੇਜ਼ ਹੈਗੇ ਤੇ ਬੱਚੇ ਉਹ ਤੋਂ ਓਵਰ ਸਮਾਰਟ ਹੈਗੇ ਆ। ਤੇ ਮੇਰੀ ਇੱਕ ਸਿੰਪਲ ਟਿਪ ਵੀ ਹੈਗੀ ਬੱਚਿਆਂ ਕੋਲ, ਜੇ ਤੁਹਾਡੇ ਨਾਲ ਕੋਈ ਜ਼ਿਆਦਾ ਧੱਕਾ ਕਰਦਾ ਹੈਗਾ, ਦੇਰ ਇਜ਼ ਲੋਟਸ ਆਫ ਵੇ ਅਰਾਊਂਡ ਐਜ਼ ਵੈਲ। ਅੱਛਾ ਭਾਜੀ, ਮੈਨੂੰ ਲੱਗਦਾ ਵੀ ਆਪਣੀ ਸਟੋਰੀ ਥੋੜ੍ਹੀ ਜਿਹੀ ਡਿਵਰਟ ਹੋ ਗਈ। ਮੇਰਾ ਕੁਐਸਚਨ ਸਟਿਲ ਉਹੀ ਹੈ ਵੀ ਸਟੂਡੈਂਟ ਨੂੰ ਤੁਸੀਂ ਇਨਫੋਰਮੇਸ਼ਨ ਦਿਓ ਵੀ ਜਦੋਂ ਉਹ ਇੱਥੇ ਲੈਂਡ ਹੁੰਦੇ ਨੇ, ਏਜੰਟ ਉੱਥੇ ਕਹਿੰਦੇ ਵੀ ਸਾਡਾ ਉੱਥੇ ਤੁਹਾਨੂੰ ਬੰਦਾ ਮਿਲੂਗਾ, ਵੀ ਅਸੀਂ ਤੁਹਾਨੂੰ 700 ਪਾਉਂਡ ਐਕਸਟਰਾ ਚਾਰਜ ਕਰਾਂਗੇ ਜਾਂ 1000 ਪਾਉਂਡ ਐਕਸਟਰਾ ਚਾਰਜ ਕਰਾਂਗੇ, ਉਹਦੇ ਲਈ ਤੁਹਾਨੂੰ ਨੈਸ਼ਨਲ ਇੰਸ਼ੋਰੈਂਸ ਦੀ ਲੋੜ ਪੈਂਦੀ ਹੈ ਕੰਮ ਲਈ, ਉਹਦੇ 'ਚ ਤੁਹਾਨੂੰ ਹੈਲਪ ਕਰੂਗਾ, ਪ੍ਰੋਵੀਜ਼ਨਲ ਲਾਇਸੈਂਸ ਲਈ ਤੁਹਾਨੂੰ ਅਪਲਾਈ ਹੈਲਪ ਕਰੂਗਾ, ਤੇ ਇੱਕ ਜਿਹੜਾ ਡਾਕਟਰੀ ਮੈਡੀਕਲ ਕਾਰਡ ਬਣਦਾ ਉਹਦੇ ਲਈ ਹੈਲਪ ਕਰੂਗਾ। ਉਸ ਚੀਜ਼ ਬਾਰੇ ਤੁਸੀਂ ਸਾਡੇ ਸਟੂਡੈਂਟਸ ਨੂੰ ਜ਼ਰੂਰ ਇਨਫੋਰਮੇਸ਼ਨ ਦਿਓ ਪਲੀਜ਼। ਮੈਂ ਸਿੰਪਲ ਜੀ ਇੱਕ ਤੁਹਾਨੂੰ ਵੈਸੇ ਸਿੰਪਲ ਜੀ ਕਲੀਅਰ ਦੱਸ ਦਿੰਦਾ ਚੀਜ਼ ਕਿ ਜਿੰਨੇ ਬੱਚੇ ਹੈਗੇ ਆ ਜਿਹੜੀ ਵੀ ਯੂਨੀਵਰਸਿਟੀ 'ਚ ਆਉਂਦੇ ਆ, ਠੀਕ ਹੈ, ਸਾਰੇ ਤੋਂ ਪਹਿਲਾਂ ਕੀ ਹੁੰਦਾ ਕਿ ਜਦ ਤੁਸੀਂ ਇੱਥੇ ਪਹੁੰਚਦੇ ਆ, ਤੁਹਾਡਾ ਉੱਥੇ ਜਿਹੜਾ ਵੀਜ਼ਾ ਲੱਗਦਾ ਹੈਗਾ ਕਾਰਡ ਤੁਹਾਡੇ ਪਾਸਪੋਰਟ 'ਤੇ, ਉਹ 30 ਦਿਨ ਦਾ ਹੁੰਦਾ, ਠੀਕ ਹੈ। ਜਿਹੜਾ ਤੁਹਾਡਾ ਏਜੰਟ ਨੇ ਇੱਥੇ ਦੇ ਪੋਸਟ ਆਫਿਸ ਦਾ ਤੁਹਾਡਾ ਕਿਸੇ ਦਾ ਐਡਰੈਸ ਜਾਂ ਯੂਨੀਵਰਸਿਟੀ ਦਾ ਐਡਰੈਸ ਦਿੱਤਾ ਹੁੰਦਾ ਤੁਹਾਡੀ ਐਪਲੀਕੇਸ਼ਨ ਦੇ ਵਿੱਚ, ਜਿੱਥੋਂ ਤੁਸੀਂ ਆ ਕੇ ਆਪਣਾ BRP ਕਾਰਡ, ਜਿਹਨੂੰ ਕਿ ਤੁਹਾਡਾ ਬਾਇਓਮੈਟ੍ਰਿਕ ਰੈਜ਼ੀਡੈਂਟ ਪਰਮਿਟ ਬੋਲਦੇ ਹੈਗੇ ਆ, ਜਿੰਨੀ ਵੀ ਤੁਹਾਡੀ ਸਟੂਡੈਂਟ ਵੀਜ਼ੇ ਦੀ ਵੈਲਿਡਿਟੀ ਹੈਗੀ ਆ, ਉਹ ਤੁਸੀਂ ਉੱਥੋਂ ਆ ਕੇ ਸਾਰਿਆਂ ਤੋਂ ਪਹਿਲਾਂ ਪਿਕ ਕਰਨਾ, ਠੀਕ ਹੈ। ਉਹ ਆਪਣੇ ਏਜੰਟ ਤੋਂ ਪੁੱਛ ਕੇ ਆਓ, ਜਾਂ ਜੇ ਤੁਸੀਂ ਆਪ ਖੁਦ ਐਪਲੀਕੇਸ਼ਨ ਕਰ ਰਹੇ ਹੋ, ਜੇ ਤੁਸੀਂ ਇੰਟਰਨੈਸ਼ਨਲ ਆਫਿਸ ਦਾ ਐਡਰੈਸ ਦਿੱਤਾ ਹੈ ਯੂਨੀਵਰਸਿਟੀ ਦੇ, ਤਾਂ ਤੁਸੀਂ ਉੱਥੋਂ ਸਾਰਿਆਂ ਤੋਂ ਪਹਿਲਾਂ ਆਪਣਾ ਆ ਕੇ ਕਾਰਡ ਪਿਕ ਕਰਨਾ। ਦੂਜੀ ਰਹੀ ਗੱਲ, ਜਿੱਦਾਂ ਤੁਸੀਂ ਦੱਸਿਆ ਕਿ ਨੈਸ਼ਨਲ NI ਨੰਬਰ ਹੋ ਗਿਆ, ਤੁਹਾਡਾ ਪ੍ਰੋਵੀਜ਼ਨਲ ਡਰਾਈਵਿੰਗ ਲਾਇਸੈਂਸ ਹੋ ਗਿਆ, ਤੇ ਜਾਂ ਡਾਕਟਰ ਦਾ ਕਾਰਡ ਹੋ ਗਿਆ ਜਿਹੜਾ ਤੁਸੀਂ ਆਪਣੇ ਰਜਿਸਟਰ ਕਰਦੇ ਆ ਡਾਕਟਰ ਨਾਲ, ਉਹ ਜੇ ਤੁਸੀਂ ਆਪਣੀ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਆਫਿਸ 'ਚ ਵੀ ਜਾਓਗੇ, ਉਹ ਤੁਹਾਡੀ ਇਹ ਸਾਰੀਆਂ ਚੀਜ਼ਾਂ ਅਪਲਾਈ ਕਰਨ ਲਈ ਹੈਲਪ ਕਰਦੇ ਆ। ਜ਼ਿਆਦਾਤਰ ਯੂਨੀਵਰਸਿਟੀਆਂ ਦੇ ਵਿੱਚ ਸਟੂਡੈਂਟ ਲਈ ਵੈਲਕਮ ਪੈਕ ਹੁੰਦਾ, ਉਹਦੇ ਵਿੱਚ ਇਹ ਸਾਰੀ ਪ੍ਰੋਸੀਜਰ ਲਿਖਿਆ ਹੁੰਦਾ ਕਿ ਤੁਸੀਂ ਕਿਹੜੀ ਵੈਬਸਾਈਟ 'ਤੇ ਜਾ ਕੇ ਅਪਲਾਈ ਕਰਨਾ, ਕੀ ਰਿਕੁਆਇਰਮੈਂਟਸ ਹੈਗੀਆਂ ਉਹਦੀਆਂ। ਉਹ ਬਹੁਤ ਸਿੰਪਲ ਪ੍ਰੋਸੈਸ ਆ। ਜੇ ਤਾਂ ਤੁਸੀਂ ਥੋੜ੍ਹਾ ਜਿਹਾ ਵੀ ਇੰਟਰਨੈਟ ਜਾਣਦੇ ਹੋ, ਗੂਗਲ ਜਾਣਦੇ ਹੋ, ਤੁਸੀਂ ਉੱਥੇ ਸਿੰਪਲ ਲਿਖੋ ਅਪਲਾਈ ਫੋਰ NI ਨੰਬਰ, ਗੂਗਲ 'ਤੇ ਜਾ ਕੇ ਉੱਥੇ ਥੱਲੇ ਇੱਕ ਨੰਬਰ ਆ ਜਾਏਗਾ, ਜਾਂ ਉਹਦਾ ਆਨਲਾਈਨ ਪ੍ਰੋਸੀਜਰ ਹੈਗਾ, ਤੁਸੀਂ ਉਹਨੂੰ ਕਾਲ ਕਰਨੀ ਆ। ਜਿਹੜਾ ਤੁਹਾਡਾ ਡਰਾਈਵਿੰਗ ਲਾਇਸੈਂਸ, ਪ੍ਰੋਵੀਜ਼ਨਲ ਡਰਾਈਵਿੰਗ ਲਾਇਸੈਂਸ ਆ, ਇੱਥੇ ਲੋਕਲ ਪੋਸਟ ਆਫਿਸ ਤੋਂ ਤੁਸੀਂ ਇੱਕ ਐਪਲੀਕੇਸ਼ਨ ਫਾਰਮ ਮਿਲਦਾ, ਉਹ ਫਿਲ ਕਰਕੇ ਆਪਣਾ ਨਾਲ ਇੱਕ ਪਾਸਪੋਰਟ ਭੇਜਣਾ ਹੈਗਾ। ਪਾਸਪੋਰਟ ਇਹ ਆ ਕਿ ਉਹਨੂੰ ਪਤਾ ਜੇ ਨਹੀਂ ਪਤਾ ਹੈਗਾ, ਤੁਸੀਂ ਪੋਸਟ ਆਫਿਸ ਵਾਲਿਆਂ ਨੂੰ ਪੁੱਛ ਲਓ ਕਿ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਦਾ, ਉਹ ਤੁਹਾਡੀ ਹੈਲਪ ਕਰ ਦਿੰਦੇ ਆ। ਤੇ ਜਿਹੜਾ ਡਾਕਟਰ ਦਾ ਹੈਗਾ, ਜਿਹੜਾ ਵੀ ਤੁਹਾਡੇ ਏਰੀਆ 'ਚ ਜਿੱਥੇ ਤੁਸੀਂ ਰਿਹਾਇਸ਼ ਸ਼ੁਰੂ ਕੀਤੀ ਹੈਗੀ ਜਾਂ ਜਿਹਦੇ ਕੋਲ ਗਏ ਹੈਗੇ, ਤੁਸੀਂ ਉਹਨੂੰ ਕਹਿ ਦਿਓ ਕਿ ਜਿਹੜਾ ਤੁਹਾਡਾ ਲੋਕਲ ਡਾਕਟਰ ਹੈਗਾ ਉਹ ਤੁਹਾਡੀ ਹੈਲਪ ਕਰ ਦੇਗਾ ਕਿ ਹਾਂ ਮੈਂ ਇੱਥੇ ਜਾ ਕੇ ਰਜਿਸਟਰ ਕਰਨਾ। ਤੁਸੀਂ ਇੱਕ ਆਪਣਾ ਆਪਣਾ ID ਕਾਰਡ ਲੈ ਕੇ ਜਾਣਾ, ਨਾਲ ਕੋਈ ਐਡਰੈਸ ਪ੍ਰੂਫ ਜੇ ਤੁਹਾਡੇ ਕੋਲ ਹੈਗਾ, ਤੇ ਆਪਣਾ ਪਾਸਪੋਰਟ ਲੈ ਜਾਓ, BRP ਕਾਰਡ ਲੈ ਜਾਓ, ਉਹ ਤੁਹਾਨੂੰ ਉੱਥੇ ਰਜਿਸਟਰ ਕਰ ਦਿੰਦੇ। ਉਹ ਕੋਈ ਬਿਗ ਡੀਲ ਨਹੀਂ ਹੈਗੀ, ਤੁਹਾਨੂੰ ਕਿਸੇ ਨੂੰ ਵੀ ਕੋਈ ਪੈਸਾ ਦੇਣ ਦੀ ਲੋੜ ਨਹੀਂ ਆ। ਜੇ ਤੁਹਾਨੂੰ ਫਿਰ ਵੀ ਕੋਈ ਚੀਜ਼ ਨਹੀਂ ਪਤਾ ਲੱਗਦੀ, ਤੁਹਾਡੇ ਕੋਲ ਇੰਟਰਨੈਸ਼ਨਲ ਆਫਿਸ ਵਾਲੇ ਸਪੋਰਟ ਨਹੀਂ ਕਰ ਰਹੇ, ਤੁਹਾਨੂੰ ਗੂਗਲ ਤੋਂ ਨਹੀਂ ਪਤਾ ਲੱਗ ਰਿਹਾ, ਮੈਂ ਹੇਸ 'ਚ ਬੈਠਦਾ ਹੈਗਾ, ਤੁਸੀਂ ਮੇਰੇ ਹੇਸ 'ਚ ਆਫਿਸ 'ਚ ਆ ਜਾਓ, ਅਸੀਂ ਤੁਹਾਡੀ ਹੈਲਪ ਕਰ ਦਾਂਗੇ, ਅਸੀਂ ਕੋਈ ਪੈਸਾ ਚਾਰਜ ਨਹੀਂ ਕਰਾਂਗੇ ਉਸ ਚੀਜ਼ ਦਾ।
ਕਿੰਨੀ ਕੁ ਫੀਸ ਹੁੰਦੀ ਹੈ ਜੀ ਉਸ ਦੀ, ਨੈਸ਼ਨਲ ਇੰਸ਼ੋਰੈਂਸ ਦੀ ਜਾਂ National- ਲਾਇਸੈਂਸ ਦੀ ਜਾਂ ਡਾਕਟਰ ਕਾਰਡ ਦੀ? ਮੇਰੇ ਖਿਆਲ ਨੈਸ਼ਨਲ ਇੰਸ਼ੋਰੈਂਸ ਦੀ ਤਾਂ ਕੋਈ ਫੀਸ ਨਹੀਂ ਹੁੰਦੀ, ਡਾਕਟਰੀ ਕਾਰਡ ਦੀ ਵੀ ਕੋਈ ਫੀਸ ਨਹੀਂ ਹੁੰਦੀ। ਅਤੇ ਜਿਹੜੀ ਤੁਹਾਡਾ ਡਰਾਈਵਿੰਗ ਲਾਇਸੈਂਸ, ਪ੍ਰੋਵੀਜ਼ਨਲ ਡਰਾਈਵਿੰਗ ਲਾਇਸੈਂਸ ਦਾ ਮੇਰੇ ਖਿਆਲ 38 ਜਾਂ 40 ਪਾਉਂਡ ਦਾ ਉਹਦੇ ਅਰਾਊਂਡ ਪੈਸੇ ਹੁੰਦੇ ਹੈਗੇ ਆ। ਇਸ ਤੋਂ ਜ਼ਿਆਦਾ ਕਿਸੇ ਚੀਜ਼ ਦੀ ਵੀ ਕੋਈ ਕੋਸਟ ਨਹੀਂ ਹੁੰਦੀ। ਬਾਕੀ ਤਾਂ ਸਾਰੇ ਪੈਕੇਜ ਆ ਤੁਹਾਡਾ, ਉਹ ਤੁਸੀਂ ਜਿੰਨਾ ਵੱਡਾ ਪੈਕੇਜ ਲਈ ਜਾਓਗੇ ਉਨਾ ਤੁਸੀਂ ਜ਼ਿਆਦਾ ਉਹ 'ਚ ਗੁੜ ਪਾ ਰਹੇ ਹੋ ਐਕਚੁਅਲੀ। ਅਤੇ ਫਿਰ ਘੁਮਾ ਫਿਰਾ ਕੇ ਉਹੀ ਚੀਜ਼ਾਂ ਹੈਗੀਆਂ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ। UK ਹਮੇਸ਼ਾ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਵੈਲਕਮਿੰਗ ਕੰਟਰੀ ਰਹੀ ਹੈਗੀ ਆ। ਇੱਥੇ ਦੀ ਯੂਨੀਵਰਸਿਟੀ ਆ ਵਰਲਡ ਕਲਾਸ ਸਟੈਂਡਰਡ ਦੀਆਂ ਹੈਗੀਆਂ। ਜੇ ਤੁਸੀਂ ਇੱਥੋਂ ਡਿਗਰੀ ਕਰਦੇ ਹੋ ਜਾਂ ਮਾਸਟਰ ਡਿਗਰੀ ਕਰਦੇ ਹੋ, ਇਹਦਾ ਫਿਊਚਰ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਸਪੈਕਟ ਅੱਛੇ ਹੈਗੇ ਆ। ਤੁਹਾਡਾ ਫਿਊਚਰ ਦੇ ਵਿੱਚ ਚਾਹੇ ਤੁਸੀਂ ਇੰਡੀਆ 'ਚ ਰਹਿਣਾ, ਚਾਹੇ ਕਿਸੇ ਇੰਟਰਨੈਸ਼ਨਲ ਕੰਟਰੀ 'ਚ ਰਹਿਣਾ, ਚਾਹੇ ਇੱਥੇ ਵੀ ਰਹਿਣਾ ਹੈਗਾ, ਜੇ ਤੁਸੀਂ ਇੱਥੇ ਅੱਛੀ ਯੂਨੀਵਰਸਿਟੀ ਤੋਂ ਜਿਹਦੀ ਕਿ ਗੁੱਡ ਰੈਂਕਿੰਗ ਹੈਗੀ ਆ, ਤੁਸੀਂ ਉੱਥੋਂ ਡਿਗਰੀ ਕੀਤੀ ਹੈ, ਅੱਛੇ ਕਿਸੇ ਕੋਰਸ ਦੇ ਵਿੱਚ ਕੀਤੀ ਹੈ ਜਿਹਦਾ ਫਿਊਚਰ 'ਚ ਕੋਈ ਫਾਇਦਾ ਹੈਗਾ, ਅਤੇ ਹਮੇਸ਼ਾ UK ਦੀ ਹੋਈ ਸਟੱਡੀ ਹਮੇਸ਼ਾ ਤੁਹਾਡੇ ਲਈ ਵੈਲਿਊਬਲ ਹੈਗੀ ਆ। ਬਟ ਸਿਸਟਮ ਅਬਿਊਜ਼ ਕਰਕੇ ਜੇ ਤੁਸੀਂ ਆਉਂਦੇ ਹੋ, ਸਾਰਿਆਂ ਤੋਂ ਚੀਜ਼ ਇੱਕ ਮੈਂ ਤੁਹਾਨੂੰ ਵੈਸੇ ਦੱਸਦਾ, ਕੋਈ ਵੀ ਬੱਚਾ ਇੱਥੇ ਪੜ੍ਹਨ ਆਉਂਦਾ ਕਦੀ ਵੀ ਯੂਨੀਵਰਸਿਟੀ ਡਰੋਪ ਆਊਟ ਕਰਨ ਬਾਰੇ ਨਾ ਸੋਚੇ। ਮੇਰੀ ਉਹਨੂੰ ਪਰਸਨਲ ਐਡਵਾਈਸ ਕਹਿ ਲਓ, ਐਜ਼ ਏ ਵੱਡੇ ਭਰਾ ਦੀ ਤਰ੍ਹਾਂ ਐਡਵਾਈਸ ਕਹਿ ਲਓ, ਐਜ਼ ਏ ਕਰੀਅਰ ਕੰਸਲਟੈਂਟ ਦੀ ਤਰ੍ਹਾਂ ਐਡਵਾਈਸ ਕਹਿ ਲਓ। ਜੇ ਤੁਸੀਂ ਯੂਨੀਵਰਸਿਟੀ ਡਰੋਪ ਕਰ ਦਿੰਦੇ ਹੈਗੇ ਆ, ਤੁਹਾਡਾ ਇੱਥੇ ਅੱਗੇ ਤੁਸੀਂ ਕੋਈ ਵਿਆਹ ਕਰਕੇ ਕਰਨਾ ਜਾਂ ਕੁਛ ਕਰਨਾ ਹੈਗਾ, ਲਾਈਫ ਬਹੁਤ ਔਖੀ ਆ। ਜੇ ਤੁਸੀਂ ਆਪਣਾ ਕੋਰਸ ਕੰਪਲੀਟ ਕਰੋਗੇ, ਤੁਹਾਡੇ ਕੋਲ ਫਿਊਚਰ ਦੇ ਵਿੱਚ ਵੀਜ਼ਾ ਐਕਸਟੈਂਡ ਕਰਾਉਣ ਦੇ ਜਾਂ ਵਰਕ ਪਰਮਿਟ ਲੈਣ 'ਤੇ ਜਾਂ ਕਿਸੇ ਹੋਰ ਕੰਟਰੀ 'ਚ ਮੂਵ ਹੋਣ ਦੀਆਂ ਆਪਸ਼ਨਸ ਆਲਵੇਜ਼ ਅਵੇਲੇਬਲ ਆ। ਜੇ ਤੁਸੀਂ ਅੱਜ ਯੂਨੀਵਰਸਿਟੀ ਡਰੋਪ ਕਰਤੀ ਕਿ ਯਾਰ ਮੈਂ ਤਾਂ ਕੰਮ ਕਰਨਾ ਹੈਗਾ, ਮੈਂ ਤਾਂ ਪੈਸੇ ਪੂਰੇ ਕਰਨੇ ਆ, ਪੈਸੇ ਪੂਰੇ ਹੋ ਹੀ ਜਾਣੇ ਆ, ਪਰ ਆਪਣਾ ਨਾਲ ਆਪਣੀਆਂ ਜਿਹੜੀਆਂ ਆਪਸ਼ਨਾਂ ਉਹਨੂੰ ਖਤਮ ਨਾ ਕਰੋ। ਤੁਹਾਡੇ ਤੋਂ ਦੋ ਸਵਾਲ ਹੋਰ ਪੁੱਛਣੇ ਆ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਇੱਕ ਸਟੂਡੈਂਟ ਇੱਥੇ ਆ ਗਿਆ ਜੀ, ਉੱਥੋਂ ਮਾਂ-ਬਾਪ ਨੇ ਕਰਜ਼ਾ ਚੱਕਿਆ, ਫੀਸ ਭਰਤੀ, ਸਟੂਡੈਂਟ ਇੱਥੇ ਆ ਗਿਆ, ਕੰਮ ਨਹੀਂ ਮਿਲ ਰਿਹਾ, ਕੁਛ ਨਹੀਂ ਮਿਲ ਰਿਹਾ, ਅਤੇ ਜਿਹੜੇ ਪੇਰੈਂਟਸ ਲਈ ਇੱਕ ਮੈਸੇਜ ਤੁਸੀਂ ਦਿਓ ਵੀ ਸਟੂਡੈਂਟ ਨੂੰ ਤਾਂ ਆਲਰੇਡੀ ਕੰਮ ਨਹੀਂ ਮਿਲ ਰਿਹਾ, ਤੁਸੀਂ ਪੈਸੇ ਦੀ ਮੰਗ ਕਰ ਰਹੇ ਹੋ, ਅਸੀਂ ਕਰਜ਼ਾ ਦੇਣਾ, ਉਸ ਚੀਜ਼ ਦਾ ਵੀ ਕਾਫੀ ਇਸ਼ੂ। ਮੈਂ ਪੇਰੈਂਟਸ ਨੂੰ ਵੀ ਪਹਿਲਾਂ ਇਹ ਕਹੂੰਗਾ, ਦੇਖੋ ਕੋਈ ਵੀ ਪੇਰੈਂਟਸ ਆ, ਚਾਹੇ ਅਸੀਂ ਆ ਚਾਹੇ ਤੁਸੀਂ ਹੈਗੇ ਆ, ਕਿਸੇ ਮਜਬੂਰੀਆਂ ਕਰਕੇ ਕੰਟਰੀਆਂ 'ਚ ਬੈਠੇ ਆ, ਠੀਕ ਹੈ। ਜੇ ਸਾਡੇ ਕੋਲ ਉੱਥੇ ਅੱਛੀਆਂ ਜੌਬਸ ਹੁੰਦੀਆਂ, ਅੱਛਾ ਕਰੀਅਰ ਜਾਂ ਫਿਊਚਰ ਪ੍ਰੋਸਪੈਕਟਸ ਹੁੰਦੇ, ਕਿਸੇ ਵੀ ਨੇ ਵੀ ਇੱਥੇ ਆਉਣਾ ਨਹੀਂ ਸੀਗਾ। ਹੁਣ ਜਦ ਅੱਗੇ ਦਾ ਪਿਛਲਾ ਸਿਨੈਰੀਓ ਹੁੰਦਾ ਸੀਗਾ ਕਿ ਬੱਚੇ ਲੋਕੀ ਪੈਸੇ ਲਾ ਕੇ ਅਮਰੀਕਾ ਭੇਜਦੇ ਸੀਗੇ, ਕੈਨੇਡਾ ਭੇਜਦੇ ਸੀਗੇ, UK ਭੇਜਦੇ ਸੀਗੇ। ਅੱਜ ਦੀ ਡੇਟ 'ਚ ਉਹ ਸਿਨੈਰੀਓ ਸਾਰੇ ਡਿਫਰੈਂਟ ਆ। ਹੁਣ ਜੇ ਬੱਚਾ ਤੁਸੀਂ ਕੋਈ ਬੱਚਾ ਇੱਥੇ ਪੜ੍ਹਨ ਲਈ ਭੇਜ ਰਹੇ ਹੋ, ਪਹਿਲਾਂ ਉਹਨੂੰ ਉਹਦੀ ਪੜ੍ਹਾਈ ਕੰਪਲੀਟ ਕਰਨ ਤੱਕ ਦਾ ਫੋਕਸ ਰੱਖੋ। ਤੁਸੀਂ ਮੈਂ ਪੇਰੈਂਟਸ ਨੂੰ ਵੀ ਰਿਕੁਐਸਟ ਕਰੂੰਗਾ ਕਿ ਤੁਸੀਂ ਉਹਦੇ 'ਤੇ ਪ੍ਰੈਸ਼ਰ ਨਾ ਪਾਓ ਕਿ ਯਾਰ ਉਹ ਫਲਾਣੇ ਦੇ ਨੇ ਇੰਨੇ ਪੈਸੇ ਭੇਜਤੇ, ਉਹਨੇ 2 ਕਿੱਲੇ ਲੈ ਲਏ, ਉਹਨੇ ਗੱਡੀ ਲੈ ਲਈ, ਉਹਨੇ ਕੋਠੀ ਪਾ ਲਈ। ਤੁਸੀਂ ਬੱਚੇ 'ਤੇ ਪ੍ਰੈਸ਼ਰ ਨਾ ਪਾਓ ਕਿ ਸਾਨੂੰ ਪੈਸੇ ਦੇ। ਤੁਸੀਂ ਉਹਨੂੰ ਸਿਰਫ ਇਹ ਚੀਜ਼ ਕਹੋ ਕਿ ਠੀਕ ਹੈ ਜੋ ਹੈਗਾ, ਇੱਕ ਅਸੀਂ ਫਿਊਚਰ ਦੇ ਤਰ੍ਹਾਂ FD ਕਰਤੀ ਹੈ ਬੱਚੇ ਦੀ, ਤੁਸੀਂ ਜਿੰਨੇ ਪੈਸੇ ਲਾ ਕੇ ਭੇਜਿਆ ਉਹ FD ਕਰਤੀ ਹੈ, ਰਿਟਰਨ ਤੁਹਾਨੂੰ ਹੌਲੀ ਹੌਲੀ ਆਉਣ ਲੱਗੂਗੀ। ਬੱਚਾ ਇੱਥੇ ਆਊਗਾ, ਆਪਣਾ ਕੋਰਸ ਕੰਪਲੀਟ ਕਰੂਗਾ, 2 ਸਾਲ ਦਾ ਵਰਕ ਪਰਮਿਟ ਆ, ਕਿਸੇ ਅੱਛੀ ਕੰਪਨੀ ਦੇ ਵਿੱਚ ਜੌਬ ਲੱਗੇਗੀ। ਜੇ ਜੌਬ ਲੱਗਦੀ ਹੈ, ਉਹ ਅੱਗੇ 5 ਸਾਲ ਦਾ ਹੋਰ ਵੀਜ਼ਾ ਐਕਸਟੈਂਡ ਕਰਵਾ ਸਕਦਾ ਉੱਥੇ, ਉਹਦੇ ਤੋਂ ਵਰਕ ਪਰਮਿਟ ਲੈ ਕੇ, ਜਾਂ ਕੋਈ ਹੋਰ ਆਪਸ਼ਨ ਲੱਭ ਜਾਂਦਾ ਹੈਗਾ। ਪੈਸੇ ਦੀ ਕੋਈ ਕਮੀ ਨਹੀਂ ਹੈ ਇੱਥੇ। ਤੁਹਾਨੂੰ ਵੀ ਪਤਾ ਹੈਗਾ ਕਿ ਜਿੰਨਾ ਤੁਸੀਂ ਕਿਸੇ ਵੀ ਕੰਪਨੀ ਦੇ ਵਿੱਚ ਜੌਬ ਕਰਦੇ ਹੋ, ਅੱਛੀ ਸੈਲਰੀ ਹੁੰਦੀ ਹੈ ਜੋ ਇੰਡੀਆ ਦੇ ਮੁਕਾਬਲੇ ਬਹੁਤ ਅੱਛੀ ਹੁੰਦੀ ਹੈ, ਬਟ ਹਰ ਇੱਕ ਚੀਜ਼ ਨੂੰ ਟਾਈਮ ਦੇਣਾ ਪੈਣਾ। ਜੇ ਤੁਸੀਂ ਸਟੱਡੀ ਕੰਪਲੀਟ ਕਰਨੀ ਹੈ, ਪਹਿਲਾਂ ਸਟੱਡੀ ਕੰਪਲੀਟ ਕਰੋ, ਉਸ ਵੇਲੇ ਪੜ੍ਹਾਈ ਕਰਨ ਬਾਰੇ ਫੋਕਸ ਕਰੋ, ਠੀਕ ਆ। ਖਰਚਾ ਰਹਿਣ ਜੋਗਾ ਤੁਸੀਂ ਆਪਣਾ ਕੰਮ ਕਰੋ, ਪਰ ਇਹ ਨਾ ਹੋਵੇ ਕਿ ਤੁਸੀਂ ਸਿਰਫ ਕੰਮ 'ਤੇ ਫੋਕਸ ਕਰੋ, ਸਟੱਡੀ ਨੂੰ ਛੱਡ ਦਿਓ। ਅਤੇ ਇੱਕ ਚੀਜ਼ ਹੋਰ, ਮੇਰਾ ਸਪੋਜ਼ ਕਰੋ ਮੇਰਾ ਹੀ ਬ੍ਰਦਰ ਆ, ਉਹਨੇ ਸਟੱਡੀ ਉੱਥੇ ਕੰਪਲੀਟ ਕਰ ਲਈ, ਸਟੂਡੈਂਟ ਵੀਜ਼ਾ ਅਸੀਂ ਅਪਲਾਈ ਕਰਨਾ 10+2 'ਚ, ਜਿੱਦਾਂ ਤੁਸੀਂ ਦੱਸਿਆ 70% ਨੰਬਰ ਚਾਹੀਦੇ ਆ, ਉਹ ਆ ਗਏ। ਅਤੇ ਹੁਣ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਹੜਾ ਸਟੂਡੈਂਟ ਵੀਜ਼ੇ ਦਾ ਪ੍ਰੋਸੈਸ ਮੈਨੂੰ ਦੱਸ ਦਿਓ। ਸਿੰਪਲ ਆਪਾਂ ਸ਼ਾਰਟ ਇਹਨੂੰ ਆਨਸਰ ਮੈਂ ਕਰੂੰਗਾ ਤੁਹਾਡੇ ਕੋਲ। ਤੁਹਾਡੇ ਬੱਚਾ ਰੀਸੈਂਟਲੀ ਪਾਸ ਆਊਟ ਹੋਇਆ, ਠੀਕ ਆ, ਉਹਦੇ ਰਿਜ਼ਲਟ ਆ ਗਿਆ, ਉਹਦੇ ਕੋਲ ਆਇਲਟਸ ਨਹੀਂ ਆ ਗਈ, ਡਜ਼ਨਟ ਮੈਟਰ। ਉਹਦੇ ਜਿਹੜਾ ਇੰਗਲਿਸ਼ ਆ 10+2 ਦਾ 70% ਤੋਂ ਉੱਪਰ ਨੰਬਰ ਆ ਇੰਗਲਿਸ਼ 'ਚ ਓਨਲੀ, ਨਾਟ ਓਵਰਆਲ ਦੀ ਅਲੱਗ ਰਿਕੁਆਇਰਮੈਂਟ ਹੈਗੀ ਆ। ਬਟ ਜਿਹੜਾ ਅਸੀਂ ਆਇਲਟਸ ਜਾਂ ਬਾਕੀ ਚੀਜ਼ਾਂ ਲਈ ਮੇਨ ਯੂਨੀਵਰਸਿਟੀ ਦੇਖਦੀ ਆ, ਉਹਦੇ 10+2 ਤੇ ਇੰਗਲਿਸ਼ ਦੇ ਨੰਬਰ ਦੇਖਦੀ ਆ, ਜਿਹਨੂੰ ਕਿ HSC ਬੋਲਦੇ ਆ ਇੱਥੇ। ਉਹਦੇ 70% ਨੰਬਰ ਆ ਗਏ, ਤੁਸੀਂ ਡਾਕੂਮੈਂਟ ਭੇਜੇ, ਤੁਹਾਡੇ ਕੋਲ ਅਗਲੇ ਦਿਨ, ਜੇ ਤੁਸੀਂ ਮੇਰੀ ਗੱਲ ਕਰੋਗੇ, ਮੇਰੇ ਕੋਲ ਤਾਂ ਅੱਜ ਡਾਕੂਮੈਂਟ ਆਏ, ਨੈਕਸਟ ਡੇ ਮੈਂ ਤੁਹਾਨੂੰ ਆਫਰ ਲੈਟਰ ਦੇ ਦਿੱਤਾ। ਆਫਰ ਲੈਟਰ 'ਤੇ ਕੁਝ ਕੰਡੀਸ਼ਨਸ ਹੋਣਗੀਆਂ ਕਿ ਮੰਨ ਲਓ ਕਿ ਤੁਸੀਂ ਪਰਸਨਲ ਸਟੇਟਮੈਂਟ ਦੇਣੀ ਆ ਕਿ ਤੁਸੀਂ ਇੱਥੇ ਕਿਉਂ ਪੜ੍ਹਾਈ ਕਰਨਾ ਚਾਹੁੰਦੇ ਆ। ਇੱਕ ਸਟੇਟਮੈਂਟ ਆਫ ਪਰਪਸ ਹੁੰਦਾ ਹੈਗਾ, ਉਹ ਵੀ ਉਹੀ ਚੀਜ਼ ਹੈਗੀ ਆ ਕਿ ਤੁਸੀਂ ਇਹੀ ਯੂਨੀਵਰਸਿਟੀ ਕਿਉਂ ਲਈ, ਪਰਟੀਕੂਲਰਲੀ ਇਹੀ ਕੋਰਸ ਕਿਉਂ ਲਿਆ। ਉਹ ਬੱਚੇ ਨੂੰ ਦੱਸਣਾ ਪੈਣਾ ਇੱਕ ਫਾਰਮੈਟ ਦੀ ਤਰ੍ਹਾਂ, ਜਿੱਦਾਂ ਕਹਿ ਲਓ 2 ਪੇਜਾਂ ਦਾ ਇੱਕ ਉਹਨੇ ਲਿਖ ਕੇ ਦੇਣਾ ਹੈਗਾ। ਅਸੀਂ ਉਹਨੂੰ ਦੱਸਾਂਗੇ ਕਿ ਇੱਦਾਂ ਆਹ ਚੀਜ਼ਾਂ ਤੈਨੂੰ ਕਵਰ ਕਰਨੀਆਂ, ਪਰ ਉਹ ਬੱਚੇ ਨੇ ਖੁਦ ਲਿਖਣਾ, ਅਸੀਂ ਕੋਈ ਹੈਲਪ ਨਹੀਂ ਕਰਨੀ, ਕਿਉਂਕਿ ਓਵਰਆਲ ਬੱਚੇ ਨੇ ਪੜ੍ਹਾਈ ਕਰਨੀ ਆ।
ਮੈਂ ਨਹੀਂ ਪੜ੍ਹਾਈ ਕਰਨੀ ਉੱਥੇ, ਠੀਕ ਹੈ। ਉਹ ਹੋ ਗਿਆ। ਉਸ ਤੋਂ ਬਾਅਦ ਉਹਦੀ ਯੂਨੀਵਰਸਿਟੀ ਦੀ ਤੁਸੀਂ ਫੀਸ ਦੇਣੀ ਹੈ। ਪਹਿਲਾਂ ਉੱਥੇ ਆਫਰ ਲੈਟਰ ਦੇ ਉੱਤੇ ਫੀਸ ਲਿਖੀ ਹੋਣੀ ਹੈਗੀ ਹੈ ਕਿ ਇੰਨੀ ਟੋਟਲ 14,000 ਫੀਸ ਹੈ, ਉਹਦੇ 'ਤੇ ਮੈਂ ਕੋਈ ਸਕਾਲਰਸ਼ਿਪ ਦੀ ਰਿਕੁਐਸਟ ਕਰਾਂਗਾ, ਉਹਦੇ ਅਕੈਡਮਿਕਸ ਨੂੰ ਦੇਖ ਕੇ ਉਹ ਤੋਂ ਬਾਅਦ ਤੁਹਾਡੀ ਜਿਹੜੀ ਵੀ ਫਾਈਨਲ ਆਫਰ ਆ ਗਈ ਉਹ ਤੁਸੀਂ ਯੂਨੀਵਰਸਿਟੀ ਦੀ ਫੀਸ ਦੇਣੀ ਆ। ਯੂਨੀਵਰਸਿਟੀ ਦੀ ਫੀਸ ਦੇਣ ਤੋਂ ਬਾਅਦ ਤੁਸੀਂ ਉੱਥੇ ਇੱਕ ਮੈਡੀਕਲ ਹੁੰਦਾ, ਟੀਵੀ ਦਾ ਸਰਟੀਫਿਕੇਟ ਲੈਣਾ ਹੁੰਦਾ। ਉਹ ਜਲੰਧਰ ਤੇ ਲੁਧਿਆਣਾ ਤੇ ਚੰਡੀਗੜ੍ਹ ਦੇ ਵਿੱਚ ਕਈ ਹੈਗੇ ਆ, ਤੁਹਾਡੀ ਉਹਦੀ ਲਿਸਟ ਹੋਮ ਆਫਿਸ ਦੀ ਵੈਬਸਾਈਟ 'ਤੇ ਹੈਗੀ ਆ। ਤੁਸੀਂ ਇੱਥੇ ਫੋਨ ਕਰਕੇ ਆਪਣਾ ਮੈਡੀਕਲ ਬੁੱਕ ਕਰਾਉਣਾ, ਉਹ ਮੈਡੀਕਲ ਦਾ ਸਰਟੀਫਿਕੇਟ ਚਾਹੀਦਾ ਸਾਨੂੰ। ਤੁਸੀਂ ਫੀਸ ਦੇ ਦਿੱਤੀ, ਤੁਸੀਂ ਮੈਡੀਕਲ ਕਰਵਾ ਲਿਆ। ਉਸ ਤੋਂ ਬਾਅਦ ਯੂਨੀਵਰਸਿਟੀ ਹਰ ਇੱਕ ਬੱਚੇ ਦੀ ਇੰਟਰਵਿਊ ਕਰਦੀ ਆ, ਠੀਕ ਹੈ। ਉਹ ਇੰਟਰਵਿਊ ਦਾ ਅਸੀਂ ਸਲੋਟ ਬੁੱਕ ਕਰਾਉਣੇ ਹੈਗੇ ਆ। ਉਹਦੇ ਵਿੱਚ ਉਹ ਬੇਸਿਕ ਕੁਐਸਚਨ ਪੁੱਛਦੇ ਆ ਕਿ ਤੁਸੀਂ ਇਹ ਯੂਨੀਵਰਸਿਟੀ ਕਿਉਂ ਲਈ, ਕਰੀਅਰ ਕੀ ਹੈਗਾ ਤੁਹਾਡਾ, ਫਿਊਚਰ ਪ੍ਰੋਸਪੈਕਟਸ ਕੀ ਹੈਗੇ ਆ, ਫੰਡਸ ਕਿੱਥੋਂ ਆਏ, ਫੀਸ ਕਿੱਦਾਂ ਦੇਵੋਗੇ, ਅਗਲੇ ਸਾਲ ਕੀ ਕਰੋਗੇ, ਇੱਥੇ ਕੀ ਕਰੋਗੇ। ਉਹ ਸਾਰੀਆਂ ਚੀਜ਼ਾਂ 40-45 ਮਿੰਟ ਦੀ ਇੰਟਰਵਿਊ ਹੁੰਦੀ ਹੈਗੀ ਆ। ਜ਼ੂਮ ਕਾਲ ਹੁੰਦੀ ਆ ਜਾਂ ਸਕਾਈਪ 'ਤੇ ਹੁੰਦੀ ਹੈਗੀ ਆ। ਯੂਨੀਵਰਸਿਟੀ ਦੇ ਰਿਪਰੈਜ਼ੈਂਟੇਟਿਵ ਡਾਇਰੈਕਟਲੀ ਸਟੂਡੈਂਟ ਨਾਲ ਗੱਲ ਕਰਦੇ ਆ। ਵੈਂਸ ਦੇ ਸੈਟਿਸਫਾਈਡ, ਯੂਨੀਵਰਸਿਟੀ ਨੇ ਕਹਿਣਾ ਠੀਕ ਆ, ਹੁਣ ਸਾਨੂੰ ਤੁਸੀਂ ਆਪਣਾ ਟੀਵੀ ਦਾ ਸਰਟੀਫਿਕੇਟ ਭੇਜੋ ਤੇ ਜਿਹੜਾ ਤੁਹਾਡਾ ਮੇਨਟੇਨੈਂਸ ਫੰਡ ਜਿਹੜੇ ਆਪਾਂ ਪਹਿਲਾਂ ਡਿਸਕਸ ਕੀਤੇ ਸੀਗੇ ਉਹ ਤੁਹਾਡੇ ਬੈਂਕ ਦੇ ਵਿੱਚ 28 ਦਿਨ ਪੁਰਾਣੇ ਪੈਸੇ ਪਏ ਆ, ਤੁਸੀਂ ਉਹ ਸਾਨੂੰ ਦੋਨੋਂ ਚੀਜ਼ਾਂ ਦਿਓ ਤੇ ਸਾਡੀ ਕੈਸ਼ ਇਸ਼ੂ ਕਰਨਾ। ਅਸੀਂ ਕੈਸ਼ ਹੁੰਦਾ ਹੈਗਾ ਕਿ ਜਿੱਦਾਂ ਕਨਫਰਮੇਸ਼ਨ ਅਸੈਪਟੈਂਸ ਆਫ ਫੋਰ ਸਟੱਡੀਜ਼ ਬੋਲਦੇ ਆ ਉਹਨੂੰ, ਕਿ ਤੁਸੀਂ ਵਿਦਿਆਰਥੀ ਵੀਜ਼ੇ ਲਈ ਜਿਹੜਾ ਇੰਡੀਆ ਤੋਂ ਜਿਹੜਾ ਡਾਕੂਮੈਂਟ ਚਾਹੀਦੇ ਆ ਵੀਜ਼ਾ ਅਪਲਾਈ ਕਰਨ ਵਾਸਤੇ, ਉਹ ਤੁਹਾਨੂੰ ਯੂਨੀਵਰਸਿਟੀ ਇਸ਼ੂ ਕਰ ਦਿੰਦੀ ਆ। ਤੁਸੀਂ ਉਹ ਇਕੱਠਾ ਕੀਤਾ, ਡਾਕੂਮੈਂਟ ਲਏ, VFS ਦੇ ਵਿੱਚ ਤੁਹਾਡੀ ਐਪਲੀਕੇਸ਼ਨ ਅਸੀਂ ਲਾਤੀ ਆ। ਤੁਸੀਂ ਉੱਥੇ ਗਏ, ਆਪਣਾ ਪਾਸਪੋਰਟ ਲੈ ਕੇ ਤੇ ਜੋ ਵੀ ਤੁਹਾਡੇ ਸਪੋਰਟਿੰਗ ਡਾਕੂਮੈਂਟਸ ਆ ਜਮ੍ਹਾਂ ਕਰਾਤੀ, ਫਾਈਲ ਜਮ੍ਹਾਂ ਕਰਾਤੀ। 5-10 ਦਿਨ ਦੇ ਵਿੱਚ ਡਿਪੈਂਡ ਕਿ ਤੁਸੀਂ ਕਿਹੜਾ ਉੱਥੇ, ਜੇ ਤਾਂ ਤੁਸੀਂ ਫਾਸਟ ਟਰੈਕ ਐਪਲੀਕੇਸ਼ਨ ਜੇ ਕਰਦੇ ਹੋ ਉਹਦੀ ਕੁਛ ਐਕਸਟਰਾ ਫੀਸ ਹੁੰਦੀ ਆ। ਤੁਸੀਂ ਉੱਥੇ ਲਏ, ਤੁਹਾਡਾ ਵੀਜ਼ਾ ਆ ਗਿਆ, ਠੀਕ ਆ। ਹੋ ਸਕਦਾ ਕਈ ਵੇਲੇ ਕਈ ਵੇਲੇ ਕੇਸਿਸ 'ਚ ਹੁੰਦਾ ਕਿ ਅੰਬੈਸੀ ਵਾਲੇ ਬੱਚੇ ਨੂੰ ਕਾਲ ਵੀ ਕਰ ਸਕਦੇ ਆ ਜਾਂ ਇੰਟਰਵਿਊ ਤੇ ਵੀ ਸੱਦ ਸਕਦੇ ਆ, ਉਹੀ ਕੁਐਸਚਨਿੰਗ ਪੁੱਛਣ ਲਈ ਕਿ ਕਿਉਂ ਕਿੱਦਾਂ ਕਰ ਲਈ। ਉਹ ਚੀਜ਼ ਤੁਸੀਂ ਸਾਰੀਆਂ ਫਾਈਲ ਕਰ ਲਈਆਂ, ਤੁਹਾਡਾ ਵੀਜ਼ਾ ਗ੍ਰਾਂਟ ਹੋ ਗਿਆ। ਦੈਨ ਉਸ ਤੋਂ ਪਹਿਲਾਂ ਤੁਹਾਡੀ ਅਸੀਂ ਇੱਕ ਉਹ ਕਰਦੇ ਆ, ਇੰਡਕਸ਼ਨ ਕਰਦੇ ਆ ਕਿ ਪ੍ਰੀ ਅਰਾਈਵਲ ਦੀ, ਠੀਕ ਹੈ। ਉਹਦੇ ਵਿੱਚ ਬੇਸਿਕ ਤੁਹਾਨੂੰ ਸਾਰੀਆਂ ਚੀਜ਼ਾਂ ਪਤਾ ਦੱਸਦੇ ਆ ਕਿ UK ਕੀ ਹੈਗਾ, ਇੱਥੇ ਆ ਕੇ ਕੀ ਹੋਣਾ, ਅੱਗੇ ਤੁਸੀਂ ਜਿੱਦਾਂ ਆਪਾਂ ਉਹੀ ਗੱਲ ਕਰਦੇ ਆ ਇੰਨਾ ਹੀ ਨੰਬਰ ਹੋਣਾ, ਮੈਡੀਕਲ ਕਿੱਦਾਂ ਲੈਣਾ, ਤੁਸੀਂ ਡਰਾਈਵਿੰਗ ਲਾਇਸੈਂਸ ਕਿੱਦਾਂ ਕਰਨਾ, ਏਅਰਪੋਰਟ 'ਤੇ ਕੀ ਪੁੱਛਣਾ, ਏਅਰਪੋਰਟ ਕੀ ਹੁੰਦਾ ਹੈਗਾ, ਤੁਸੀਂ ਕਿੱਦਾਂ ਫਲਾਈਟ 'ਤੇ ਆਉਣੇ ਹੈਗੇ। ਉਹ ਸਾਰੀਆਂ ਚੀਜ਼ਾਂ ਦੀ ਅਸੀਂ ਉਹਨੂੰ ਇੱਕ ਪ੍ਰਪੇਅਰ ਕਰਦੇ ਹੈਗੇ ਆ ਆਪਣੇ ਇੱਥੇ ਆਉਣ ਵਾਸਤੇ। ਤੁਸੀਂ ਕਿੱਥੇ ਰਿਹਾਇਸ਼ ਕਰਨੀ ਹੈ ਆਪਣੀ, ਕਿਹੜੇ ਏਅਰਪੋਰਟ 'ਤੇ ਆਉਣਾ, ਉੱਥੋਂ ਕਿੱਦਾਂ ਆਪਣੇ ਘਰ ਤੁਸੀਂ ਜਾਓਗੇ, ਯੂਨੀਵਰਸਿਟੀ ਕਿੱਦਾਂ ਜਾਓਗੇ, ਕਿਹੜੇ ਡਿਪਾਰਟਮੈਂਟ ਨੂੰ ਤੁਸੀਂ ਜਾ ਕੇ ਮਿਲਣਾ, ਕਿਉਂਕਿ ਬੱਚੇ ਨੂੰ ਕੁਛ ਨਹੀਂ ਪਤਾ ਹੈਗਾ। ਉਹ ਸਾਰੀਆਂ ਚੀਜ਼ਾਂ ਕਰਤੀਆਂ, ਬੱਚਾ ਇੱਥੇ ਆ ਗਿਆ, ਯੂਨੀਵਰਸਿਟੀ ਚਲਾ ਗਿਆ, ਆਪਣਾ ਸਟ੍ਰੇਟ ਫੋਰਵਰਡ ਆ ਜੀ। ਬਾਕੀ ਤਾਂ ਇਹਦੇ ਵਿੱਚ ਮੈਨੂੰ ਲੱਗਦਾ ਕੋਈ ਰੋਕਟ ਸਾਇੰਸ ਨਹੀਂ ਆ ਜਿਹਦੇ ਵਾਸਤੇ ਕਿ ਤੁਹਾਨੂੰ ਕਿਸੇ ਏਜੰਟ ਦੀ ਲੋੜ ਆ। ਈਵਨ ਮੈਂ ਨਹੀਂ ਕਹਿੰਦਾ ਕਿ ਤੁਸੀਂ ਮੈਨੂੰ ਹਾਇਰ ਕਰੋ ਜਾਂ ਕਿਸੇ ਏਜੰਟ ਨੂੰ ਹਾਇਰ ਕਰੋ। ਜੇ ਬੱਚਾ ਥੋੜ੍ਹਾ ਜਿਹਾ ਸਮਾਰਟ ਹੈਗਾ, ਪੇਰੈਂਟਸ ਥੋੜ੍ਹੇ ਜਿਹੇ ਇੰਟੈਲੀਜੈਂਟ ਹੈਗੇ, ਤੁਸੀਂ ਇਹ ਸਾਰਾ ਜੋ ਪ੍ਰੋਸੈਸ ਹੈਗਾ ਖੁਦ ਕਰ ਸਕਦੇ ਹੋ। ਕਿਸੇ ਤਰ੍ਹਾਂ ਦੀ ਤੁਹਾਨੂੰ ਰਿਕੁਆਇਰਮੈਂਟ ਦੀ ਲੋੜ ਆ, ਤੁਸੀਂ ਮੈਨੂੰ ਦੱਸੋ, ਤੁਹਾਡੇ ਨਾਲ ਗੱਲ ਕਰ ਲੈਣ, ਅਸੀਂ ਹੈਲਪ ਕਰਨ ਲਈ ਬੈਠੇ ਹਾਂ। ਈਵਨ ਜਿਹੜੇ ਬੱਚੇ ਇੱਥੇ ਆਏ ਵੀ ਹੋਏ ਆ, ਜੇ ਇਹਨੂੰ ਕੋਈ ਫਿਊਚਰ 'ਚ ਪ੍ਰੋਬਲਮ ਆ ਰਹੀ ਆ, ਕੋਰਸ ਕੰਪਲੀਟ ਨਹੀਂ ਹੋ ਰਿਹਾ, ਅੱਗੇ ਉਹਦਾ ਵੀਜ਼ਾ ਖਤਮ ਹੋ ਰਿਹਾ ਹੈਗਾ, ਸਾਨੂੰ ਕੰਟੈਕਟ ਕਰੋ। ਅਸੀਂ ਜੋ ਵੀ ਤੁਹਾਡੇ ਨਾਲ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਆ ਜਾਂ ਜਿਹੜਾ ਰਾਈਟ ਵੇ ਹੈਗਾ ਅੱਗੇ ਜਾਣ ਦਾ, ਅਸੀਂ ਤੁਹਾਨੂੰ ਜ਼ਰੂਰ ਡਿਸਕਸ ਕਰਾਂਗੇ। ਉਹਦੇ ਵਾਸਤੇ ਕੋਈ ਪੈਕੇਜ ਨਹੀਂ ਹੈਗਾ ਸਾਡਾ, ਅਸੀਂ ਫ੍ਰੀ ਆਫ ਕੋਸਟ ਤੁਹਾਨੂੰ ਉਹ ਹੈਲਪ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਈ ਦਵਿੰਦਰ ਸਿੰਘ ਜੀ ਸੈਣੀ ਦੇ ਨਾਲ, ਤੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਸਟੂਡੈਂਟ ਵੀਜ਼ੇ ਬਾਰੇ ਤੇ ਪੈਕੇਜ ਬਾਰੇ। ਤੇ ਇੱਥੇ ਆਉਣ ਤੋਂ ਬਾਅਦ ਜਿਹੜਾ ਨੈਸ਼ਨਲ ਇੰਸ਼ੋਰੈਂਸ ਨੰਬਰ ਆ ਜਾਂ ਡਰਾਈਵਿੰਗ ਲਾਇਸੈਂਸ ਆ ਜਾਂ ਕਿਹੜਾ ਉਹ ਕੋਰਸ ਚੂਜ਼ ਕਰਨ। ਤੇ ਇੱਕ ਵਾਰੀ ਫੇਰ ਅਸੀਂ ਦਵਿੰਦਰ ਸੈਣੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਟਾਈਮ ਦਿੱਤਾ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਅੱਜ ਦਾ ਇਹ ਪ੍ਰੋਗਰਾਮ ਜ਼ਰੂਰ ਸ਼ੇਅਰ ਕਰੋ ਤਾਂ ਕਿ ਜਿਹੜੇ ਸਟੂਡੈਂਟਸ ਯੂਨਾਈਟਿਡ ਕਿੰਗਡਮ ਦੇ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਤੱਕ ਇਹ ਇਨਫੋਰਮੇਸ਼ਨ ਜ਼ਰੂਰ ਪਹੁੰਚ ਸਕੇ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਸੁਖਜੀਤ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਇੱਥੇ ਆਉਣ ਵਾਸਤੇ, ਅੱਜ ਟਾਈਮ ਕੱਢਣ ਵਾਸਤੇ, ਤੇ ਸਾਰੀ ਜਿੰਨੀ ਵੀ ਇੱਕ ਮਹੱਤਵਪੂਰਨ ਜਾਣਕਾਰੀ ਮੇਰੇ ਹਿਸਾਬ ਨਾਲ ਕਾਫੀ ਮਹੱਤਵਪੂਰਨ ਸੀਗੀ, ਕਿਉਂਕਿ ਬੇਸਿਕ ਜਿਹੀਆਂ ਚੀਜ਼ਾਂ ਹੈਗੀਆਂ, ਕਹਿਣ ਨੂੰ ਬੇਸਿਕ ਆ ਪਰ ਬੱਚਿਆਂ ਵਾਸਤੇ ਬਹੁਤ ਲਾਹੇਵੰਦ ਆ ਜਾਂ ਉਹਨਾਂ ਦੇ ਮਾਪਿਆਂ ਵਾਸਤੇ ਬਹੁਤ ਲਾਹੇਵੰਦ। ਮੈਂ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡੀ ਸਾਰੀ ਟੀਮ ਦਾ, ਤੁਹਾਡੇ ਕੋਲ ਇੱਥੇ ਆਉਣ ਵਾਸਤੇ। ਸਤਿ ਸ਼੍ਰੀ ਅਕਾਲ ਜੀ।